हाँ जी बेटा, नैक्सट जो टॉपिक शुरू करन लगे आप कल लास्ट जो किया सीगा पावर वाला, उस तो अगला टॉपिक हैगा तुहाडे कोल नाम दा टॉपिक का नाम हैगा तुहाडे कोल एडी करंट्स। एडी करंट्स ठीक है, या इहदा दूजा नाम इहनूं आपां इंड्यूस करंट कहने। ਜਿਹੜਾ ਪਿਛਲਾ ਟੌਪਿਕ ਕੀਤਾ ਸੀ ਪੁੱਤ ਆਪਾਂ ਐਸ ਸੱਚ ਬੇਸਿਕ ਜਿਹੜਾ ਆਪਣੇ ਕੋਲ ਟੌਪਿਕ ਸੀਗਾ ਉਹ ਚ ਅਸੀਂ ਇਹ ਕਿਹਾ ਵਾ ਕਿ ਜਦੋਂ ਕਿਸੇ ਕੁਆਇਲ ਦੇ ਅਕ੍ਰੋਸ ਜਾਂ ਕਿਸੇ ਵੀ ਸਰਕਟ ਦੇ ਅਕ੍ਰੋਸ ਤੁਹਾਡੀ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਹੁੰਦੀ ਹੈ, ਠੀਕ ਹੈ, ਤੇ ਅਸੀਂ ਕਹਿੰਦੇ ਸਰਕਟ ਦੇ ਅੰਦਰ ਐਸ ਸੱਚ ਈਐਮਐਫ ਇੰਡਿਊਸ ਹੁੰਦੀ ਔਰ ਉਸ ਇੰਡਿਊਸਡ ਈਐਮਐਫ ਦੇ ਕਰਕੇ ਸਰਕਟ ਚ ਅਸੀਂ ਕਹਿੰਦੇ ਕਰੰਟ ਫਲੋ ਕਰਦਾ। ਕਿੰਨੀ ਗੱਲ ਸਮਝ ਲੱਗਦੀ ਵੀ? यस सर। यस सर। कोई एक्टिव हो जाओ सारे जाने, जेडे सुस्ती पा के बैठे हो सारे एक्टिव होके बैठो। जसलीन कौर, लविशा, टेकप्रीत, आदित्य, अमृत, अमन, अंश, बाकी सारे भी थोड़े एक्टिव होके पढ़ोगे बेटा। सो बच्चे इंड्यूस करंट या एडी करंट ਅਸੀਂ ਨਾਮ ਕਿਹਨੂੰ ਦਿੱਤਾ ਸੀਗਾ ਕਿ ਵੀ ਜੇਕਰ ਕਿਸੇ ਐਸਐਚ ਫੈਰਾਡੇ ਲਾਅ ਦੇ ਅਕੋਰਡਿੰਗਲੀ ਚੱਲੀਏ ਤਾਂ ਅਸੀਂ ਕਿਹਾ ਸੀ ਜਦੋਂ ਕੁਆਇਲ ਦੇ ਅਕ੍ਰੋਸ ਮੈਗਨੈਟਿਕ ਫਲਕਸ ਚੇਂਜ ਹੋਏਗੀ ਤਾਂ ਅਸੀਂ ਕਹਿੰਦੇ ਕੁਆਇਲ ਦੇ ਅੰਦਰ ਈਐਮਐਫ ਇੰਡਿਊਸ ਹੁੰਦੀ ਪਰ ਜੇ ਉਹ ਇੰਡਿਊਸਡ ਈਐਮਐਫ ਇੱਕ ਕਲੋਜ਼ ਸਰਕਟ ਚ ਕਹਿੰਦਾ ਡਿਵੈਲਪ ਹੋਵੇ ਤਾਂ ਅਸੀਂ ਕਿਹਾ ਸੀ ਉਦੋਂ ਸਰਕਟ ਦੇ ਅੰਦਰ ਇੰਡਿਊਸ ਕਰੰਟ ਡਿਵੈਲਪ ਹੁੰਦਾ ਤੇ ਇੰਡਿਊਸਡ ਕਰੰਟ ਦਾ ਦੂਜਾ ਨਾਮ ਜਿਹੜਾ ਵਾ ਉਹਨੂੰ ਅਸੀਂ ਐਸ ਸੱਚ ਐਡੀ ਕਰੰਟ ਕਹਿ ਦਿੰਨੇ ਜਾਂ ਇਹਨੂੰ ਇੱਕ ਨਾਮ ਹੋਰ ਅਸੀਂ ਦੇ ਦਿੰਨੇ ਇਟਸ ਕਾਲਡ ਐਜ਼ ਅ ਫੋਕਾਲਟ ਕਰੰਟ। ਸਾਇੰਟਿਸਟ ਦੇ ਨਾਮ ਦੇ ਉੱਤੇ ਉਹਨੇ ਕਰੰਟ ਦਾ ਨਾਮ ਦਿੱਤਾ ਹੈ ਕਿ ਵੀ ਜਦੋਂ ਕਿਸੇ ਵੀ ਕੁਆਇਲ ਦੇ ਅਕ੍ਰੋਸ ਜਾਂ ਕਿਸੇ ਵੀ ਸਰਕਟ ਦੇ ਅਕ੍ਰੋਸ ਮੈਗਨੈਟਿਕ ਫਲਕਸ ਦੀ ਚੇਂਜ ਕਰਕੇ ਈਐਮਐਫ ਇੰਡਿਊਸ ਹੋਵੇ ਤੇ ਉਸ ਮੂਵਮੈਂਟ ਤੇ ਜਿਹੜਾ ਕਰੰਟ ਸਰਕਟ 'ਚ ਡਿਵੈਲਪ ਹੁੰਦਾ ਉਹਨੂੰ ਐਡੀ ਜਾਂ ਅਸੀਂ ਫੋਕਾਲਟ ਕਰੰਟ ਕਹਿੰਦੇ। ਉਹ ਕਹਿੰਦਾ ਕਿਸੇ ਸਰਕਟ 'ਚ ਐਡੀ ਕਰੰਟ ਦੀ ਕੋਈ ਡੈਮੋਨਸਟ੍ਰੇਸ਼ਨ ਦਿਓ, ਕਿਸੇ ਨੇ ਨਾ ਡੈਮੋਨਸਟ੍ਰੇਟ ਕਰੋ ਕਿ ਵੀ ਇਹਦੇ 'ਚ ਐਡੀ ਕਰੰਟ ਬਣਦੇ ਪਏ, ਉਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਜਸਟੀਫਾਈ ਕਰਦੇ। ਉਹ 'ਚ ਆ ਸੈਕਿੰਡ ਫਿਗਰ ਪਹਿਲੋਂ ਲੈ ਰਹੇ ਆ, ਇਹਦੇ ਅਕੋਰਡਿੰਗਲੀ ਅਸੀਂ ਕੀ ਸ਼ੋ ਕਰਨ ਲੱਗੇ ਟੌਪਿਕ ਪੜਿਆ ਸੀ ਪੁੱਤ ਮੂਵਿੰਗ ਕੋਇਲ ਗੈਲਵੇਨੋਮੀਟਰ। ਮੂਵਿੰਗ ਕੋਇਲ ਗੈਲਵੇਨੋਮੀਟਰ ਦਾ ਬੇਸਿਕ ਪ੍ਰਿੰਸੀਪਲ ਇਹ ਸੀਗਾ ਕਿ ਜਦੋਂ ਵੀ ਕੋਈ ਕਰੰਟ ਕੈਰਿੰਗ ਕੁਆਇਲ, ठीक है, जो भी कोई करंट कैरिंग कॉइल ਅਸੀਂ मैग्नेटिक फील्ड ਚ ਰੱਖਦੇ ਹਾਂ, ठीक है, ਤਾਂ ਅਸੀਂ ਕਿਹਾ ਸੀਗਾ ਉਹਦੇ ਅਕ੍ਰੋਸ ਕੀ ਹੋਏਗਾ ਕਿ ਵੀ ਜਦੋਂ ਕੋਈ ਕਰੰਟ ਕੈਰਿੰਗ ਕॉइल मैग्नेटिक फील्ड ਚ ਪਈ ਆ ਤੇ ਕॉइल ਦੀ 4 ਆਰਮਸ ਦੇ ਉੱਪਰ ਅਸੀਂ ਕਿਹਾ ਸੀਗਾ ਜੀ ਐਸਐਚ ਫੋਰਸਸ ਲੱਗਦੀਆਂ ਜਿਹਦੇ ਕਰਕੇ ਕॉइल ਡਿਫਲੈਕਟ ਹੁੰਦੀ ਹੈ। ਜਦੋਂ ਕॉइल ਡਿਫਲੈਕਟ ਹੁੰਦੀ ਤਾਂ ਅਸੀਂ ਕਹਿੰਦਾ ਜੀ ਉਸ ਇਨਸਟੈਂਟ ਤੇ ਕॉइल ਦੀ ਡਿਫਲੈਕਸ਼ਨ ਦੇ ਅਕੋਰਡਿੰਗਲੀ ਕਰੰਟ ਮੇਜਰ ਕਰ ਲੈਂਦੇ ਆ ਕਿ ਵੀ ਕਰੰਟ ਕਿੰਨਾ ਆਇਆ। ਕਿੰਨੀ ਗੱਲ ਸਮਝ ਲੱਗਦੀ ਪਈ? यस सर। यस सर। यस बच्चे उसे चीज रेफरेंस बना के ਆਪਾਂ ਇੱਕ एग्जांपल ਇਹ ਕੋਡ ਕਰਨ ਲੱਗੇ। ਲੈਟ ਮੀ ਸੇ ਕਿ ਵੀ ਮੇਰੇ ਕੋਲ ਇੱਕ ਕੋਈ ਰੈਕਟੈਂਗੂਲਰ ਕੁਆਇਲ ਆ ABCD ਮੇਰੀ ਇੱਕ ਕੋਈ ਰੈਕਟੈਂਗੂਲਰ ਕੁਆਇਲ ਆ and this rectangular coil is placed in magnetic field but still ਅਸੀਂ ਅਸਿਊਮ ਕਰਨ ਲੱਗੇ magnetic field ਹਜੇ ਸਵਿਚ ਆਨ ਨਹੀਂ ਕੀਤਾ, ਯਾਨੀ ਇਸ ਰੀਜਨ ਦੇ ਅੰਦਰ ਕੋਈ magnetic field ਹਜੇ ਨਹੀਂ ਹੈਗਾ। ਤੇ ਜੇ ਮੈਂ ਇਸ ਰੈਕਟੈਂਗੂਲਰ ਕੁਆਇਲ ਨੂੰ ਇਹਨੂੰ ਮੈਂ ਐਸ ਸੱਚ ਕਹਿੰਦਾ ਜੀ ਇੱਕ ਵਾਰੀ ਡਿਫਲੈਕਟ ਕਰਕੇ ਛੱਡਾਂ, ਮਤਲਬ ਮੈਂ ਇਸ ਰੈਕਟੈਂਗੂਲਰ ਕੁਆਇਲ ਨੂੰ ਰੈਕਟੈਂਗੂਲਰ ਕੁਆਇਲ ਆ ਇਥੋਂ ਇਹਨੂੰ ਮੈਂ ਹੈਂਗ ਕੀਤਾ ਹੋਵੇ ਤੇ ਜੇ ਇਹਨੂੰ ਮੈਂ ਇਹਦੀ ਪੋਜੀਸ਼ਨ ਤੋਂ ਡਿਫਲੈਕਟ ਕਰਕੇ ਛੱਡਾਂ ਤੇ ਇਹਨੇ ਜਦੋਂ ਵਾਪਸ ਆਪਣੀ ओरिजिनल ਸਟੇਟ 'ਚ ਆਣਾ, ਯਾਨੀ ਜਦੋਂ ਵਾਪਸ ਰੈਸਟ ਦੀ ਸਟੇਟ 'ਚ ਆਏਗੀ, ਮੈਂ ਇਹਦਾ ਟਾਈਮ ਨੋਟ ਕਰਾਂ ਹਾਊ ਮਚ ਟਾਈਮ ਦਾ ਕੁਆਇਲ ਵਿਲ ਟੇਕ ਟੂ ਕਮ ਟੂ ਰੈਸਟ। ਕਹਿੰਦਾ when no magnetic field is switch on, ਬਟ ਜਿੱਦਾਂ ਹੀ ਤੁਸੀਂ ਇਹਦਾ ਮੈਗਨੈਟਿਕ ਫੀਲਡ ਸਵਿਚ ਆਨ ਕਰਦੇ ਹੋ, ਠੀਕ ਹੈ, ਜੇ ਮੈਂ ਮੈਗਨੈਟਿਕ ਫੀਲਡ ਸਵਿਚ ਆਨ ਕਰਕੇ ਫਿਰ ਦੁਬਾਰਾ ਇਹਨੂੰ ਡਿਫਲੈਕਟ ਕਰਾਂ ਤੇ ਉਸ ਇਨਸਟੈਂਟ ਤੇ ਅਸੀਂ ਇੱਕ ਚੀਜ਼ ਨੋਟਿਸ ਕਰਦੇ ਹਾਂ ਕਿ ਵੀ ਜਦੋਂ ਤੁਸੀਂ ਮੈਗਨੈਟਿਕ ਫੀਲਡ ਸਵਿਚ ਆਨ ਨਹੀਂ ਕੀਤਾ ਸੀ, ਠੀਕ ਹੈ, ਕੁਆਇਲ ਆਪਣੀ ਪੋਜੀਸ਼ਨ ਤੇ ਵਾਪਸ ਯਾਨੀ ਰੈਸਟ ਦੀ ਪੋਜੀਸ਼ਨ ਤੇ ਵਾਪਸ ਆਉਣ ਲੱਗੇ that takes a lot of time. But when the same experiment is to be done under the influence of magnetic field, we observe the coil come to rest instantly. थोड़ी coil ਜਿਹੜੀ ਸੀਗੀ ਇਹਦੀ ਐਸਐਚ ਆਪਣੀ ਨੀਡ ਪੋਜੀਸ਼ਨ ਤੋਂ ਡਿਫਲੈਕਸ਼ਨ ਹੋਈ ਔਰ ਇਹ ਬਹੁਤ ਜਲਦੀ ਆਪਣੀ ओरिजिनल ਪੋਜੀਸ਼ਨ ਤੇ ਵਾਪਸ ਆਈ।
ਉਹ ਕਹਿੰਦਾ ਵੀ ਉਹਦਾ ਕਾਜ਼ ਕੀ ਹੈ। ਕਿ ਪਹਿਲਾਂ ਇੰਨੀ ਗੱਲ ਸਮਝ ਲੱਗੀ ਜੋ ਦੱਸਿਆ ਮੈਂ। sir. Yes, sir. Yes, sir. ਚਲ ਇਸੇ ਗੱਲ ਨੂੰ ਕੰਟੀਨਿਊ ਰੱਖਾਂਗਾ ਜੇ ਆਪਾਂ ਉਹ ਤੇ ਇਹ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਕੋਇਲ ਨੂੰ ਵਿਦਆਊਟ ਮੈਗਨੈਟਿਕ ਸਵਿਚ ਆਨ ਕਰਦੇ ਹੋ ਨਾ ਤਾਂ ਅਸੀਂ ਕਹਿੰਦੇ ਜੀ ਕੋਇਲ ਆਪਣੀ ਓਰੀਜਨਲ ਪੋਜੀਸ਼ਨ ਤੇ ਆਉਣ ਲੱਗੇ ਟਾਈਮ ਲੈਂਦੀ, ਪਰ ਜਦੋਂ ਐਸ ਸੱਚ ਇਹੀ ਕੋਇਲ ਮੈਗਨੈਟਿਕ ਫੀਲਡ ਦੇ ਅੰਦਰ ਇਹ ਆਪਣੀ ਪੋਜੀਸ਼ਨ ਤੋਂ ਡਿਫਲੈਕਟ ਹੁੰਦੀ ਹੈ ਤਾਂ ਅਸੀਂ ਕਹਿੰਦੇ ਇਹ ਚ ਡੈਂਪਿੰਗ ਇਫੈਕਟ ਆ ਜਾਂਦਾ। ਡੈਂਪਿੰਗ ਇਫੈਕਟ ਵਰਡ ਦਾ ਮਤਲਬ ਇਹ ਹੋਏਗਾ ਕਿ ਵੀ ਇਹਦੇ ਅੰਦਰ ਰਿਟਾਰਡੇਸ਼ਨ ਆਂਦੀ ਹੈ, ਠੀਕ ਹੈ। ਇਹ ਕੋਇਲ ਉਹਨਾਂ ਫ੍ਰੀ ਮੂਵ ਨਹੀਂ ਕਰ ਪਾ ਰਹੀ, ਠੀਕ ਹੈ, ਜਿੰਨਾ ਇਹ ਮੈਗਨੈਟਿਕ ਤੋਂ ਬਿਨਾ ਮੂਵ ਕਰਦੀ ਸੀ। ਉਹਦਾ ਵੀ ਉਹਦਾ ਕਾਜ਼ ਕੀ ਹੈ ਤੇ ਉਹਨੂੰ ਅਸੀਂ ਲਿੰਕ ਕਰਦੇ ਹਾਂ ਦਿਸ ਇਜ਼ ਡਿਊ ਟੂ ਪ੍ਰੋਡਕਸ਼ਨ ਆਫ ਐਡੀ ਕਰੰਟ ਇਨਸਾਈਡ ਦਾ ਕੋਇਲ। ਉਹ ਕਹਿੰਦਾ ਇਸ ਕੋਇਲ ਦੇ ਅੰਦਰ ਐਡੀ ਕਰੰਟ ਸੈਟਅਪ ਹੋ ਗਈ, ਕਹਿੰਦਾ ਵੀ ਉਹ ਕਿੱਥੋਂ ਹੋ ਗਏ ਤੇ ਅਸੀਂ ਉਹਨੂੰ ਡਿਫਾਈਨ ਕਰਦੇ ਫਿਰ ਇਸੇ ਵੇ ਨਾਲ ਕਿ ਜੇ ਆ ਮੈਗਨੇਟ ਦੇ ਦੋ ਪੋਲ ਪੀਸਿਸ ਆ, ਠੀਕ ਹੈ, ਨਾਰਥ ਔਰ ਸਾਊਥ ਦੋ ਪੋਲ ਪੀਸਿਸ ਆ और ਇਹਦੇ ਅਕ੍ਰੋਸ ਮੈਂ ਆ ਇੱਕ ਕੋਇਲ ਰੱਖੀ ਆ ਤੇ ਇਸ ਵੇਲੇ ਇਸ ਕੋਇਲ ਦੇ ਥਰੂ ਮੈਕਸਿਮਮ ਮੈਗਨੈਟਿਕ ਫੀਲਡ ਲਾਈਨ ਪਾਸ ਕਰੋ। Yes, sir. Yes, sir. Yes, sir. ਕੋਇਲ ਦੇ ਨਾਲ ਲਿੰਕ ਹੋਣ ਵਾਲੀ ਮੈਗਨੈਟਿਕ ਫਲਕਸ ਦੀ ਅਮਾਉਂਟ ਜਿਹੜੀ ਆ ਉਹ ਵੀ ਮੈਕਸਿਮਮ ਹੋਏਗੀ। ਹੁਣ ਜਿੱਦਾਂ ਹੀ ਮੇਰੀ ਕੋਇਲ ਨੂੰ ਮੈਂ ਐਸਐਚ ਦੀ ਮੀਨ ਪੋਜੀਸ਼ਨ ਤੋਂ ਡਿਫਲੈਕਟ ਕੀਤਾ ਤੇ ਕੋਇਲ ਦੀ ਡਿਫਲੈਕਸ਼ਨ ਦੇ ਕਰਕੇ, ठीक है जी, ਇਹਦੇ ਅਕ੍ਰੋਸ ਮੈਗਨੈਟਿਕ ਫਲਕਸ ਦੀ ਅਮਾਉਂਟ ਚੇਂਜ ਹੋਈ, ਠੀਕ ਆ। ਕਿਉਂ ਚੇਂਜ ਹੋਈ? ਕਿਉਂਕਿ ਆ ਮੈਗਨੈਟਿਕ ਦੀ ਡਾਇਰੈਕਸ਼ਨ ਸੇਮ ਆ, ਪਰ ਜਦੋਂ ਮੇਰੀ ਕੋਇਲ ਘੁੰਮਣੀ ਸ਼ੁਰੂ ਹੋਈ ਏਰੀਆ ਵੈਕਟਰ ਵੀ ਰੋਟੇਟ ਕਰੂਗਾ। Yes, sir. Yes, sir. ਤੇ ਜੇ ਏਰੀਆ ਵੈਕਟਰ ਰੋਟੇਟ ਕੀਤਾ ਤੇ ਇਹਦਾ ਮਤਲਬ ਹੋ ਗਿਆ ਜਿਹੜਾ ਐਂਗਲ ਥੀਟਾ ਵਾ ਬਿਟਵੀਨ ਮੈਗਨੈਟਿਕ ਫੀਲਡ ਵੈਕਟਰ ਐਂਡ ਏਰੀਆ ਵੈਕਟਰ, ਉਹ ਐਂਗਲ ਦੀ ਵੈਲਿਊ ਚੇਂਜ ਹੋਣੀ ਸ਼ੁਰੂ ਹੋ ਜਾਊ। Yes, sir. Yes. ਐਸ ਸੱਚ ਇਸ ਕੋਇਲ ਦੀ ਡਿਫਲੈਕਸ਼ਨ ਦੇ ਕਰਕੇ ਇਹਦੇ ਅਕ੍ਰੋਸ ਮੈਗਨੈਟਿਕ ਫਲਕਸ ਚੇਂਜ ਹੋਣੀ ਸ਼ੁਰੂ ਹੋ ਗਈ ਤੇ ਇਹਦੇ ਤੇ ਫੈਰਾਡੇ ਦਾ ਫਰਸਟ ਲਾਅ ਐਪਲੀਕੇਬਲ ਹੋ ਜਾਊ। Yes, sir. Yes, sir. ਫੈਰਾਡੇ ਦਾ ਫਰਸਟ ਲਾਅ ਇਹ ਕਹਿੰਦਾ ਸੀਗਾ ਕਿ ਜਦੋਂ Yes, sir. ਹਾਂਜੀ ਚਲੋ ਆਪਾਂ ਇਹ ਕਹਿ ਰਹੇ ਕਿ ਜਦੋਂ ਫਿਰ ਕੋਇਲ ਡਿਫਲੈਕਟ ਹੋਈ, ਕੋਇਲ ਦੀ ਡਿਫਲੈਕਸ਼ਨ ਕਰਕੇ ਮੈਗਨੈਟਿਕ ਫਲਕਸ ਚੇਂਜ ਹੋਈ ਔਰ ਮੈਗਨੈਟਿਕ ਫਲਕਸ ਦੀ ਚੇਂਜ ਕਰਕੇ ਈਐਮਐਫ ਇੰਡਿਊਸ ਹੋ ਗਈ। ਔਰ ਜੇ ਇਸ ਰੈਕਟੈਂਗੂਲਰ ਕੋਇਲ ਦੇ ਅਕ੍ਰੋਸ ਮੇਰੇ ਕੋਲ ਈਐਮਐਫ ਇੰਡਿਊਸ ਹੋਈ ਆ ਐਂਡ ਇਟ ਸ਼ੁੱਡ ਬੀ ਅ ਕਲੋਜ਼ਡ ਸਰਕਟ, ਇਹਦੇ ਵਿੱਚ ਕਿਸੇ ਥਾਂ ਤੇ ਕੋਈ ਕੱਟ ਨਹੀਂ ਹੈਗਾ, ਇਹ ਮੇਰੇ ਕੋਲ ਇੱਕ ਕੰਪਲੀਟ ਕਲੋਜ਼ ਸਰਕਟ ਹੈ, ਤੇ ਦੈਨ ਵੀ ਸੈਡ ਕਿ ਨਾ ਜੀ ਕਰੰਟ ਸਟਾਰਟ ਫਲੋਇੰਗ ਅਕ੍ਰੋਸ ਦਾ ਕੋਇਲ। ਤੇ ਜਦੋਂ ਇਹਦੇ ਅਕ੍ਰੋਸ ਮੇਰੇ ਕੋਲ ਜਿਹੜਾ ਵਾ ਉਹ ਕਰੰਟ ਫਲੋ ਕਰਨਾ ਸ਼ੁਰੂ ਕਰਦਾ, ਅਸੀਂ ਕਹਿੰਦੇ ਉਹ ਕਰੰਟ ਕੀ ਕਰੇਗਾ ਇਸ ਰੈਕਟੈਂਗੂਲਰ ਕੋਇਲ ਨੂੰ ਉਹਨੇ ਮੈਗਨੇਟਾਈਜ਼ ਕਰ ਦੇਣਾ। ਤੇ ਜਦੋਂ ਮੇਰੀ ਰੈਕਟੈਂਗੂਲਰ ਕੋਇਲ ਮੈਗਨੇਟਾਈਜ਼ ਹੋ ਗਈ ਤੇ ਇਹਦਾ ਮਤਲਬ ਆ ਜਿਹੜਾ ਅਪਲਾਈਡ ਮੈਗਨੈਟਿਕ ਫੀਲਡ ਆ ਤੇ ਜਿਹੜਾ ਇਹਦੀ ਡਿਫਲੈਕਸ਼ਨ ਦੇ ਕਰਕੇ ਇਹ ਚ ਮੈਗਨੈਟਿਕ ਫੀਲਡ ਡਿਵੈਲਪ ਹੋਇਆ ਉਹ ਇੱਕ ਦੂਜੇ ਦੀ ਕਹਿੰਦਾ ਜੀ ਐਸ ਸੱਚ ਚੇਂਜ ਨੂੰ ਅਪੋਜ਼ ਕਰਦੇ, ਮੈਗਨੈਟਿਕ ਫੀਲਡ ਨੂੰ ਅਪੋਜ਼ ਕਰਦੇ। ਕਿਉਂ ਕਹੀ ਇਹ ਗੱਲ? ਉਹਦਾ ਕਾਰਨ ਲੈਂਜ਼ ਲਾਅ ਸੀਗਾ ਕਿ ਜਦੋਂ ਤੁਹਾਡੀ ਕੋਇਲ ਮੈਗਨੈਟਿਕ ਫੀਲਡ ਦੇ ਵਿੱਚ ਪਈ ਹੈ ਇਸ ਵੇਲੇ ਤੇ ਇਸ ਵੇਲੇ ਇਹਦੇ ਥਰੂ ਫਲਕਸ ਮੈਕਸਿਮਮ ਆ ਤੇ ਜਦੋਂ ਮੈਂ ਹੱਥ ਘੁਮਾਉਣਾ ਸ਼ੁਰੂ ਕੀਤਾ, ਕੋਇਲ ਰੋਟੇਟ ਕਰਨੀ ਸ਼ੁਰੂ ਕੀਤੀ ਤੇ ਇਸ ਕੋਇਲ ਦੇ ਅਕ੍ਰੋਸ ਫਲਕਸ ਦੀ ਅਮਾਉਂਟ ਡਿਕਰੀਜ਼ ਹੋਣੀ ਸ਼ੁਰੂ ਹੋ ਗਈ। Yes, sir. Yes, sir. Yes, sir. ਜੇ ਇਸ ਕੋਇਲ ਦੇ ਅਕ੍ਰੋਸ ਮੇਰੇ ਕੋਲ ਫਲਕਸ ਡਿਕਰੀਜ਼ ਹੋਣ ਲੱਗੀ, ਇਸ ਕੋਇਲ ਦੇ ਅੰਦਰ ਈਐਮਐਫ ਇੰਡਿਊਸ ਹੋ ਕੇ ਤੇ ਉਹਦੇ ਕਰਕੇ ਇੰਡਿਊਸ ਕਰੰਟ ਆਇਆ। ਇੰਡਿਊਸਡ ਕਰੰਟ ਨੇ ਫਲੋ ਕਰਨ ਦੀ ਡਾਇਰੈਕਸ਼ਨ ਉਹ ਬਣਾਣੀ ਆ ਜਿਹਦੇ ਕਰਕੇ ਇਹ ਐਸ ਸੱਚ ਇਹਦੇ ਜਿਹੜੇ ਆ ਕੋਇਲ ਦੇ ਮੈਗਨੈਟਿਕ ਪੋਲ ਬਣਨਗੇ ਉਹ ਤੁਹਾਡੇ ਅਪਲਾਈਡ ਮੈਗਨੈਟਿਕ ਪੋਲ ਨੂੰ ਰਿਪੈਲ ਕਰ ਸਕਣ, ਤਾਂ ਕਿ ਜਿਹੜੀ ਐਸ ਸੱਚ ਡਿਕਰੀਜ਼ਿੰਗ ਫਲਕਸ ਦੀ ਕੰਡੀਸ਼ਨ ਬਣਦੀ ਪਈ ਆ ਉਹ ਡਿਕਰੀਜ਼ਿੰਗ ਫਲਕਸ ਨੂੰ ਅਪੋਜ਼ ਕਰ, ਠੀਕ ਆ। ਤੇ ਜਦੋਂ ਡਿਕਰੀਜ਼ਿੰਗ ਫਲਕਸ ਨੂੰ ਅਪੋਜ਼ ਕਰਨਾ ਇਹਦਾ ਮਤਲਬ ਆ ਉਹ ਕੋਇਲ ਨੂੰ ਡਿਫਲੈਕਟ ਹੋਣ ਤੋਂ ਰੋਕ ਰਹੀ ਹੈ ਤੇ ਜੇ ਕੋਇਲ ਨੂੰ ਡਿਫਲੈਕਟ ਹੋਣ ਤੋਂ ਰੋਕ ਰਹੀ ਆ ਤੇ ਇਹਦਾ ਮਤਲਬ ਇਸ ਕੋਇਲ ਦੇ ਅਕ੍ਰੋਸ ਰਿਟਾਰਡਿੰਗ ਫੋਰਸ ਲੱਗੀ। Yes, sir. Sir, last Yes. line repeat करियो. Repeat करियो ਆਪਾਂ last. ਇਹ ਕਿਹਾ ਕਿ ਜਦੋਂ ਤੁਹਾਡੀ ਕੋਇਲ ਆਪਣੀ ਥਾਂ ਤੋਂ ਡਿਫਲੈਕਟ ਹੋਣ ਲੱਗੀ ਆ ਤੇ ਇਹਦਾ ਮਤਲਬ ਹੋ ਗਿਆ ਇਸ ਕੋਇਲ ਦੇ ਅਕ੍ਰੋਸ ਆ ਮੇਰੇ ਪੋਲ ਹੋ ਗਏ ਮੈਗਨੇਟ ਦੇ ਦੋ, ਠੀਕ ਹੈ ਜੀ। ਆ ਵਿੱਚ ਅਸੀਂ ਕੋਇਲ ਮੰਨ ਲਈ, ਇਸ ਵੇਲੇ ਮੈਕਸਿਮਮ ਫਲਕਸ ਆ ਤੇ ਜਦੋਂ ਕੋਇਲ ਘੁੰਮਣੀ ਸ਼ੁਰੂ ਹੋਈ ਤੇ ਫਲਕਸ ਅੱਗੇ ਨਾਲੋਂ ਕੀ ਹੋਣੀ ਸ਼ੁਰੂ ਹੋ ਗਈ? Reduce. ਡਿਕਰੀਜ਼ ਕਰੇਗੀ
ਤੇ ਜੇ ਫਲਕਸ ਡਿਕਰੀਜ਼ ਕਰੀ ਆ ਤੇ ਫੈਰਾਡੇ ਦਾ ਫਸਟ ਲਾਅ ਕਹਿੰਦਾ ਸੀ ਫਲਕਸ ਇਨਕਰੀਜ਼ ਹੋਵੇ ਜਾਂ ਡਿਕਰੀਜ਼ ਹੋਵੇ, ਫਲਕਸ ਚੇਂਜ ਹੋਵੇ। ਜਦੋਂ ਫਲਕਸ ਚੇਂਜ ਹੋਏਗੀ ਆਲਵੇਜ਼ EMF ਇਜ਼ ਇੰਡਿਊਸ। ਇਹਦਾ ਮਤਲਬ ਹੋ ਗਿਆ ਤੁਹਾਡੀ ਕੋਇਲ ਦੇ ਅਕ੍ਰੋਸ ਜਿਹੜੀ ਆ EMF ਇੰਡਿਊਸ ਹੋਗੀ, ਔਰ ਜੇ ਇਹਦੇ ਅਕ੍ਰੋਸ EMF ਇੰਡਿਊਸ ਹੋਈ ਆ, ਉਹਨੇ ਐਸ ਸੱਚ ਇਸ ਦੇ ਅਕ੍ਰੋਸ ਇੰਡਿਊਸ ਕਰੰਟ ਦਿੱਤਾ। ਉਸ ਇੰਡਿਊਸਡ ਕਰੰਟ ਨੇ ਤੁਹਾਡੀ ਇਸ ਕੋਇਲ ਨੂੰ ਮੈਗਨੇਟਾਈਜ਼ ਕੀਤਾ। ਉਹ ਕਹਿੰਦਾ ਇਹਦੇ ਅੰਦਰ ਮੈਗਨੇਟਾਈਜੇਸ਼ਨ ਵੇਲੇ ਜਿਹੜੇ ਪੋਲ ਬਿਲਟਅਪ ਹੋਣੇ ਆ, ਉਹ ਇਸ ਵੇ ਨਾਲ ਪੋਲ ਬਿਲਟਅਪ ਹੋਣਗੇ ਕਿ ਤੁਹਾਡੇ ਆ ਜਦੋਂ ਮੈਗਨੇਟ ਜਿਹੜੀ ਆ ਹਨਾ, ਇਹਦੇ ਅੰਦਰ ਕੋਇਲ ਫਲਕਸ ਡਿਕਰੀਜ਼ ਕਰਨਾ ਚਾਹ ਰਹੀ ਹੈ, ਇਹਨੇ ਐਸ ਸੱਚ ਆਪਣੇ ਅੰਦਰ ਮੈਗਨੈਟਿਕ ਪੋਲ ਇਦਾਂ ਬਣਾਣੇ ਆ ਕਿ ਉਹ ਤੁਹਾਡੇ ਡਿਕਰੀਜ਼ ਇਨ ਫਲਕਸ ਨੂੰ ਅਪੋਜ਼ ਕਰੂ। ਤੇ ਫਿਰ ਜਦੋਂ ਫਲਕਸ ਡਿਕਰੀਜ਼ ਹੋਣ ਵਾਸਤੇ ਘੁੰਮਣਾ ਚਾਹ ਰਹੀ ਆ ਹਨਾ, ਤੇ ਇਹਦੇ ਅੰਦਰ ਜਿਹੜੇ ਮੈਗਨੈਟਿਕ ਪੋਲ ਆਏ ਆ, ਉਹ ਇਹਨੂੰ ਐਸ ਸੱਚ ਘੁੰਮਣ ਤੋਂ ਰਿਟਾਰਡ ਕਰਦੇ ਆ, ਰੋਕਦੇ ਪਏ। ਇਹਦਾ ਮਤਲਬ ਹੋ ਗਿਆ ਤੁਹਾਡੀ ਰੈਕਟੈਂਗੂਲਰ ਕੋਇਲ ਦੀ ਮੋਸ਼ਨ ਜਿਹੜੀ ਉਹ ਫ੍ਰੀ ਨਹੀਂ ਰਹੇਗੀ। ਠੀਕ ਹੈ, ਤੁਹਾਡੀ ਰੈਕਟੈਂਗੂਲਰ ਕੋਇਲ ਦੀ ਮੋਸ਼ਨ ਜਿਹੜੀ ਉਹ ਰਿਟਾਰਡਡ ਮੋਸ਼ਨ ਬਣਦੀ ਪਈ ਹੈ। क्या इन्नी गल समझ लगी? Yes, sir. Yes, sir. Yes, sir. ਕਹਿੰਦਾ ਫਿਰ ਜਦੋਂ ਇਹ ਰਿਟਾਰਡਡ ਮੋਸ਼ਨ ਆ ਤੇ ਰਿਟਾਰਡੇਸ਼ਨ ਆਈ ਕਿੱਥੋਂ, ਤੇ ਅਸੀਂ ਕਹਿੰਦੇ ਪਏ ਕਿ ਵੀ ਇਹਦੇ ਵਿੱਚ ਐਡੀ ਕਰੰਟ ਬਣੇ ਆ ਹਨਾ, ਉਹ ਐਡੀ ਕਰੰਟ ਜਿਹੜੇ ਇਹਦੇ ਵਿੱਚ ਡਿਵੈਲਪ ਹੋਏ ਉਹਦੇ ਕਰਕੇ ਇਹ ਚ ਮੈਗਨੇਟਾਈਜੇਸ਼ਨ ਹੋਈ, ਤੇ ਉਹ ਮੈਗਨੇਟਾਈਜੇਸ਼ਨ ਤੁਹਾਡੇ ਮੈਗਨੈਟਿਕ ਫਲਕਸ ਦੇ ਡਿਕਰੀਜ਼ ਨੂੰ ਅਪੋਜ਼ ਕਰਦੇ। ਇਹ ਇੱਕ ਐਕਸਪੈਰੀਮੈਂਟਲ ਪ੍ਰੂਫ ਹੋਏਗਾ ਕਿ ਵੀ ਆਪਾਂ ਐਸਐਚ ਇਹ ਕਹਿ ਸਕੀਏ ਕਿ ਵੀ ਇਸ ਰੈਕਟੈਂਗੂਲਰ ਕੋਇਲ ਦੇ ਵਿੱਚ ਐਡੀ ਕਰੰਟ ਹੈਗੇ। क्या इन्नी गल समझ लग रही? Yes, sir. Yes, sir. इसे गल ਨੂੰ ਅਜੇ ਕੰਟੀਨਿਊ ਕਰਾਂਗਾ। ਉਹ ਕਹਿੰਦਾ ਵੀ ਜੇ ਮੈਂ ਐਡੀ ਕਰੰਟ ਘਟਾਣੇ, ਹੁਣ ਐਡੀ ਕਰੰਟ ਕੋ ਤਾਂ ਦੋਨੇ ਚੀਜ਼ਾਂ ਨੇ, ਠੀਕ ਹੈ, ਕਿਸੇ ਥਾਂ ਤੇ ਐਡਵਾਂਟੇਜਸ ਆ ਔਰ ਕਿਸੇ ਥਾਂ ਤੇ ਡਿਸਐਡਵਾਂਟੇਜ ਵੀ ਆ। ਹੁਣ ਇੱਥੇ ਜੇ ਮੈਂ ਚੱਲਾਂ, ਮੰਨ ਲਓ ਇਹੀ ਸਾਰਾ ਐਕਸਪੈਰੀਮੈਂਟ ਤੁਹਾਡਾ ਮੂਵਿੰਗ ਕੋਇਲ ਗਲਵੈਨੋਮੀਟਰ ਵਾਲਾ ਐਕਸਪੈਰੀਮੈਂਟ, ਆਪਾਂ ਟੌਪਿਕ ਪੜਿਆ ਸੀ ਮੂਵਿੰਗ ਕੋਇਲ ਗਲਵੈਨੋਮੀਟਰ, ਕੁਝ ਸੇਮ ਵਰਡ ਸੀਗੇ ਕਿ ਇੱਕ ਕੋਇਲ ਮੈਗਨੈਟਿਕ ਫੀਲਡ ਦੇ ਅੰਡਰ ਮੂਵ ਕਰਦੀ ਹੈ। ਉਹ ਚ ਅਸੀਂ ਇਹ ਕਿਹਾ ਸੀ ਇਸ ਕੋਇਲ ਚੋਂ ਅਸੀਂ ਕਰੰਟ ਪਾਸ ਕੀਤਾ, ਜਦੋਂ ਕੋਇਲ ਚੋਂ ਕਰੰਟ ਪਾਸ ਕੀਤਾ ਤੇ ਕੋਇਲ ਦੀ ਹਰ ਆਰਮ ਤੇ ਫੋਰਸਸ ਲੱਗੀਆਂ, ਜਿਨ੍ਹਾਂ ਵਿੱਚੋਂ ਡੀਸੀ ਤੇ ਏਬੀ ਆਰਮ ਦੀ ਫੋਰਸ ਕੈਨਸਲ ਹੋ ਗਈ, ਤੇ ਏਡੀ ਤੇ ਬੀਸੀ ਆਰਮ ਦੀ ਫੋਰਸ ਨੇ ਕੋਇਲ ਤੇ ਟਾਰਕ ਬਣਾਇਆ ਸੀ, ਜਿਨ੍ਹਾਂ ਕੋਇਲ ਆਪਣੀ ਪੋਜੀਸ਼ਨ ਤੋਂ ਡਿਫਲੈਕਟ ਹੋਈ। ਕੀ ਗੱਲ ਸਮਝ ਲੱਗੀ? Yes, sir. Yes, sir. ਚਲੋ ਹੁਣ ਇੱਥੇ ਸਮਝੋ ਗੱਲ ਧਿਆਨ ਨਾਲ। ਮੈਂ ਉਦੋਂ ਇੱਕ ਗੱਲ ਕਹੀ ਸੀ ਬੇਟਾ ਕਿ ਜੇ ਮੰਨ ਲਓ ਆ ਮੇਰੇ ਕੋਲ ਗਲਵੈਨੋਮੀਟਰ ਦੇ ਕ੍ਰਾਸ ਹਨਾ, ਉਹਦੀ ਸਕੇਲ ਬਣੀ ਹੋਵੇ, ਇੱਥੇ ਆ ਗਲਵੈਨੋਮੀਟਰ ਦੇ ਕ੍ਰਾਸ ਉਹਦੀ ਸਕੇਲ ਬਣੀ ਹੋਵੇ, ਤੇ ਆ ਮੇਰਾ ਮੰਨ ਲਓ ਪੁਆਇੰਟਰ ਲੱਗਿਆ ਹੋਇਆ, ਤੇ ਹੁਣ ਜਦੋਂ ਤੇ ਅਸੀਂ ਗਲਵੈਨੋਮੀਟਰ ਨੂੰ ਯੂਜ਼ ਕਰਦੇ ਹਾਂ ਤੇ ਅਸੀਂ ਇਹ ਕਹਾਂਗੇ ਕਿ ਕਰੰਟ ਪਾਸ ਹੋਇਆ ਕੋਇਲ ਚੋਂ, ਇਹਨੇ ਇਮੀਡੀਏਟਲੀ ਡਿਫਲੈਕਟ ਕਰਨਾ, ਤੇ ਡਿਫਲੈਕਟ ਕਰਕੇ ਇਹਨੇ ਮੈਨੂੰ ਦੱਸ ਦਿੱਤਾ ਕਰੰਟ ਕਿੰਨਾ। ਹੁਣ ਮੈਂ ਇਹ ਚਾਹਾਂਗਾ ਕਿ ਵੀ ਜਦੋਂ ਐਸਾ ਜਿੱਦਾਂ ਹੀ ਇਹ ਕਰੰਟ ਦੱਸੇ ਹਨਾ, ਇਮੀਡੀਏਟਲੀ ਮੈਨੂੰ ਮੰਨ ਲਓ ਅਗਲੀ ਰੀਡਿੰਗ ਲੈਣੀ ਪੈ, ਪਰ ਜੇ ਇਸ ਕੋਇਲ ਦੇ ਆਪਣੀ ਇਸ ਪੁਆਇੰਟਰ ਦੇ ਆਪਣੀ ओरिजिनल ਪੋਜੀਸ਼ਨ ਤੱਕ ਆਉਂਦੇ ਨੂੰ ਟਾਈਮ ਲੱਗ ਗਿਆ, ਤੇ ਅਸੀਂ ਉਨੀ ਦੇਰ ਅਗਲੀ ਰੀਡਿੰਗ ਨਹੀਂ ਲੈ ਸਕਦੇ। ਤੇ ਅਸੀਂ ਉੱਤੇ ਫਿਰ ਵਰਡ ਯੂਜ਼ ਕੀਤਾ ਸੀ ਇੱਕ, ਜੇ ਯਾਦ ਹੋਵੇ, ਡੈਡ ਬੀਟ ਗਲਵੈਨੋਮੀਟਰ। ਪਤਾ ਜੋ ਬੋਲਦਾ ਪਿਆ? Yes, sir. ਮੈਂ ਫਿਰ ਰਿਪੀਟ ਕਰ ਰਿਹਾ, ਮੂਵਿੰਗ ਕੋਇਲ ਗਲਵੈਨੋਮੀਟਰ ਦੀ ਅਸੀਂ ਇੱਕ ਉਹਦੇ ਵਿੱਚ ਕੰਡੀਸ਼ਨ ਲਗਾਈ ਸੀ ਕਿ ਜਿਹੜਾ ਮੂਵਿੰਗ ਕੋਇਲ ਗਲਵੈਨੋਮੀਟਰ ਦੇ ਅੰਦਰ ਅਸੀਂ ਰੈਕਟੈਂਗੂਲਰ ਕੋਇਲ ਬਣਾਈ ਸੀ, ਉਹਦੇ ਸੈਂਟਰ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਅਸੀਂ ਨਾਨ ਮੈਗਨੈਟਿਕ ਕੋਈ ਜਿਹੜਾ ਮਟੀਰੀਅਲ ਰੱਖ ਲਿਆ। ਠੀਕ ਹੈ, ਉਹਦੀ ਐਡਵਾਂਟੇਜ ਇਹ ਸੀਗੀ ਕਿ ਵੀ ਅਸੀਂ ਕਿਹਾ ਕਿ ਇਹ ਕੋਇਲ ਨੂੰ ਉਹਦੀ ਪੋਜੀਸ਼ਨ ਤੇ, ਠੀਕ ਹੈ, ਜਿੰਨੀ ਕੋਇਲ ਡਿਫਲੈਕਟ ਹੋਈ ਆ, ਯਾਨੀ ਜਿੰਨੀ ਆ ਕੋਇਲ ਘੁੰਮ ਗਈ ਆ, ਠੀਕ ਹੈ, ਕਰੰਟ ਦੀ ਰੀਡਿੰਗ ਦਿਖਾਉਣ ਲਈ, ਇਹ ਆਪਣੀ ओरिजिनल ਪੋਜੀਸ਼ਨ ਤੇ ਇਮੀਡੀਏਟ ਆ। ਠੀਕ ਆ, ਉਹਦੇ ਲਈ ਅਸੀਂ ਵਰਡ ਯੂਜ਼ ਕੀਤੇ ਸੀਗੇ ਕਿ ਵੀ ਤੁਸੀਂ ਆਪਣੇ ਆਰਡੀਨਰੀ ਮੂਵਿੰਗ ਕੋਇਲ ਗਲਵੈਨੋਮੀਟਰ ਨੂੰ ਡੈਡ ਬੀਟ ਗਲਵੈਨੋਮੀਟਰ ਬਣਾ ਦਿਓ। ਤੇ ਉਹ ਤਾਂ ਡੈਡ ਬੀਟ ਦਾ ਮਤਲਬ ਆ ਕਿ ਜਿੱਦਾਂ ਹੀ ਪੁਆਇੰਟਰ 0 ਤੋਂ ਕੁਝ ਰੀਡਿੰਗ ਦਿੰਦਾ ਪਿਆ, ਜਿੱਦਾਂ ਹੀ ਰੀਡਿੰਗ ਆ ਗਈ ਮੈਂ ਨੋਟ ਕੀਤੀ, ਨਾਲ ਹੀ ਮੈਂ ਕਰੰਟ ਨੂੰ ਸਵਿਚ ਆਫ ਕੀਤਾ, ਇਹ ਪੁਆਇੰਟਰ ਇਮੀਡੀਏਟਲੀ 0 ਤੇ ਆਣਾ ਚਾਹੀਦਾ। ਠੀਕ ਆ, ਹੁਣ ਜੇ ਪੁਆਇੰਟਰ ਕੁਝ ਟਾਈਮ ਲੈ ਕੇ ਆਏਗਾ, ਇਹਦਾ ਮਤਲਬ ਹੈ 0 ਤੱਕ ਆਉਂਦੇ ਆਉਂਦੇ ਜੋ ਟਾਈਮ ਲੈ ਰਿਹਾ, ਤੇ ਆਪਾਂ ਉਨੀ ਦੇਰ ਅਗਲੀ ਰੀਡਿੰਗ ਨਹੀਂ ਲੈ ਸਕਦੇ। ਹੁਣ ਇਦਾਂ ਦੀ ਜਗ੍ਹਾ ਤੇ ਫਿਰ ਮੈਨੂੰ ਐਡੀ ਕਰੰਟ ਦੀ ਐਡਵਾਂਟੇਜ ਆ ਕਿ ਜੇ ਮੇਰੇ ਕੋਲ ਕੋਇਲ ਦੇ ਕ੍ਰਾਸ ਐਡੀ ਕਰੰਟ ਬਣ ਗਏ, ਤੇ ਐਡੀ ਕਰੰਟ ਨੇ ਜਦੋਂ ਕੋਇਲ ਆਪਣੀ ਮੀਨ ਪੋਜੀਸ਼ਨ ਤੋਂ ਡਿਫਲੈਕਟ ਹੋਈ, ਐਡੀ ਕਰੰਟ ਨੇ ਇਸ ਫਲਕਸ ਦੇ ਡਿਕਰੀਜ਼ ਨੂੰ ਰੋਕਣ ਵਾਸਤੇ ਹਨਾ, ਇਹਨੂੰ ਵਾਪਸ ओरिजिनल ਪੋਜੀਸ਼ਨ ਤੇ ਲੈ ਕੇ ਆ।
ਇਹਦਾ ਮਤਲਬ ਹੋ ਗਿਆ ਕਿ ਐਡੀ ਕਰੰਟ ਦੀ ਉਦੋਂ ਐਡਵਾਂਟੇਜ ਆ ਜੇ ਮੇਰੇ ਕੋਲ ਮੂਵਿੰਗ ਕੋਇਲ ਗੈਲਵੇਨੋਮੀਟਰ, ਉਦੋਂ ਫਿਰ ਆ ਪੁਆਇੰਟਰ ਇਮੀਡੀਏਟਲੀ ਆਪਣੇ 0 ਪੁਆਇੰਟ ਤੇ ਵਾਪਸ ਮੁੜਦਾ ਤੇ ਅਸੀਂ ਕਹਿੰਦੇ ਦਿਸ ਇਜ਼ ਦ ਡਿਊ ਟੂ ਫਾਰਮੇਸ਼ਨ ਆਫ ਐਡੀ ਕਰੰਟ ਇਨਸਾਈਡ ਦਾ ਰੈਕਟੈਂਗੂਲਰ ਕੋਇਲ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਠੀਕ ਆ। ਸੋ ਇਹਦੇ ਉਹਨੇ ਕੁਝ ਇੱਕ ਯੂਜ਼ਸ ਦਿੱਤੇ ਹੋਏ ਤੁਹਾਨੂੰ, ਉਹਨਾਂ ਵਿੱਚੋਂ ਇੱਕ ਯੂਜ਼ ਇਹ ਹੈਗਾ ਜਾਂ ਐਪਲੀਕੇਸ਼ਨ ਇਹ ਹੈਗੀ ਆ, ਕਹਿੰਦਾ ਜੀ ਇਨ ਦਾ ਫਾਰਮੇਸ਼ਨ ਆਫ ਅ ਡੈਡ ਬੀਟ ਗੈਲਵੇਨੋਮੀਟਰ, ਠੀਕ ਆ, ਵੀ ਆਰ ਯੂਜ਼ਿੰਗ ਦਾ ਕਨਸੈਪਟ ਆਫ ਐਡੀ ਕਰੰਟ। ਪਰ ਦੂਜੇ ਪਾਸੇ ਇਹਦਾ ਲਾਸ ਵੀ ਆ। ਉਹ ਕਹਿੰਦਾ ਜੀ ਮੰਨ ਲਓ ਹੁਣ ਇਹ ਮੂਵਿੰਗ ਕੋਇਲ ਗੈਲਵੇਨੋਮੀਟਰ ਨਾ ਹੋਵੇ, ਠੀਕ ਹੈ, ਮੈਂ ਕੋਈ ਕੋਇਲ ਨੂੰ ਐਸ ਸੱਚ ਨਾਰਮਲੀ ਪੋਜੀਸ਼ਨ ਤੋਂ ਡਿਫਲੈਕਟ ਕਰਨਾ ਔਰ ਮੈਂ ਚਾਹਨਾ ਕਿ ਆਪਣੀ ਪੂਰੀ ਮੋਸ਼ਨ ਲਵੇ, ਆਪਣੀ ओरिजिनल पोजीशन ਤੇ ਵਾਪਸ ਆਉਂਦੇ ਹੋਏ ਇਹ ਆਪਣੀ ਪੂਰੀ ਰੋਟੇਸ਼ਨਾਂ ਦਿਖਾਵੇ ਮੈਨੂੰ। ਪਰ ਐਡੀ ਕਰਨ ਦੇ ਕਰਕੇ ਇਹ ਕੋਇਲ ਕੰਪਲੀਟ ਮੇਰੇ ਕੋਲ ਜਿਹੜੀ ਆ ਉਹ ਰਿਟਾਰਡਡ ਮੋਸ਼ਨ ਦਿਖਾ ਰਹੀ ਹੈ, ਯਾਨੀ ਇਮੀਡੀਏਟਲੀ ਵਾਪਸ ਮੁੜ ਆਉਂਦੀ ਹੈ। ਇਹਦਾ ਮਤਲਬ ਇਹਦੀ ਫ੍ਰੀ ਆਸੀਲੇਸ਼ਨ ਜਿਹੜੀਆਂ ਹੈਗੀਆਂ, ਇਹਦੀਆਂ ਫ੍ਰੀ ਆਸੀਲੇਸ਼ਨ ਜਿਹੜੀਆਂ ਹੈਗੀਆਂ ਉਹ ਡੈਂਪ ਆਸੀਲੇਸ਼ਨ ਚ ਕਨਵਰਟ ਹੋ ਜਾਂਦੀਆਂ, ਠੀਕ ਹੈ ਜੀ। ਜੇ ਮੇਰੇ ਕੋਲ ਇੱਥੇ ਐਡੀ ਕਰੰਟ, ਇਹਦਾ ਮਤਲਬ ਕਿਸੇ ਇੱਕ ਥਾਂ ਤੇ ਉਹ ਐਡੀ ਕਰੰਟ ਦੀ ਐਡਵਾਂਟੇਜ ਆ ਤੇ ਕਿਸੇ ਦੂਜੀ ਜਗ੍ਹਾ ਤੇ ਉਹਦਾ ਮੇਰੇ ਕੋਲ ਲਾਸ ਵੀ ਹੈਗਾ। ਕਿ ਇੰਨੀ ਗੱਲ ਕਲੀਅਰ? Yes, sir. Yes, sir. ਚਲੋ ਇਸੇ ਗੱਲ ਨੂੰ ਹਜੇ ਕੰਟੀਨਿਊ ਰੱਖਾਂਗੇ। ਉਹ ਕਹਿੰਦਾ ਕੋਈ ਹੋਰ ਐਗਜ਼ਾਮਪਲ ਜਿਸ ਅਸੀਂ ਸ਼ੋ ਕਰ ਸਕੀਏ ਕਿ ਵੀ ਐਡੀ ਕਰੰਟ ਆ, ਤੇ ਬੇਟਾ ਉਹਦੇ ਵਿੱਚ ਅਸੀਂ ਸੈਕਿੰਡ ਐਗਜ਼ਾਮਪਲ ਇਹ ਲਿੱਤੀ। ਉਹ ਕਹਿੰਦਾ ਇੱਕ ਸਿਲੈਂਡਰੀਕਲ ਮੇਰੇ ਕੋਲ ਸਰਫੇਸ ਲੈ ਲਓ, ਉਸ ਸਿਲੈਂਡਰੀਕਲ ਸਰਫੇਸ ਦੇ ਉੱਪਰ ਇੱਕ ਆਪਾਂ ਕੋਇਲ ਜਿਹੜੀ ਉਹ ਰੈਪ ਕੀਤੀ ਆ, ਨਾਲ ਉਹਦੇ ਇੱਕ ਸੈੱਲ ਤੇ ਇੱਕ ਟੈਪਿੰਗ ਕੀ ਲਗਾ ਦਿੱਤੀ ਔਰ ਇਹਦੇ ਉੱਪਰ ਅਸੀਂ ਕੀ ਕਹਿੰਦੇ ਪਏ, ਇਸ ਸਿਲੰਡਰ ਦੇ ਉੱਪਰ ਇੱਕ ਲਾਈਟ ਮੈਟਲ ਦੀ ਡਿਸਕ ਪਈ, ਠੀਕ ਹੈ, ਯਾਨੀ ਆ ਮੇਰਾ ਹੱਥ ਜਿਹੜਾ ਵਾ ਇਹ ਥੱਲੇ ਤੱਕ ਇੱਕ ਸਿਲੰਡਰ ਆ, ਠੀਕ ਹੈ ਜੀ, ਔਰ ਇਹਦੇ ਉੱਪਰ ਇੱਕ ਪਤਲਾ ਜਿਹਾ ਲਾਈਟ ਵੇਟ ਦਾ ਮੈਂ ਢੱਕਣ ਰੱਖਿਆ ਹੋਇਆ, ਠੀਕ ਆ। ਹੁਣ ਹੋਇਆ ਕਿ ਉਹ ਕਹਿੰਦਾ ਜੀ ਜਦੋਂ ਤੁਸੀਂ ਐਸ ਸੱਚ ਨੋਟਿਸ ਕੀ ਕਰੋਗੇ, ਜਿੱਦਾਂ ਹੀ ਤੁਸੀਂ ਟੈਪਿੰਗ ਕੀ ਪ੍ਰੈਸ ਕਰਦੇ ਤੇ ਅਸੀਂ ਆਬਜ਼ਰਵ ਕੀ ਕਰਦੇ that metal disc will jump into air। ਉਹ ਕਹਿੰਦਾ ਜੇ ਮੈਟਲ ਡਿਸਕ 에ਅਰ 'ਚ ਜੰਪ ਕਰਦੀ ਉਹਦਾ ਕਾਜ਼ ਕੀ ਆ, ਕਿਉਂ ਮੈਟਲ ਡਿਸਕ 에ਅਰ 'ਚ ਜੰਪ ਕੀਤੀ? ਤੇ ਪੁੱਤ ਉੱਥੇ ਅਸੀਂ ਫੇਰ ਇੱਕ ਲਾਈਨ ਬੋਲਾਂਗੇ this is the due to eddy current। ਉਹ ਕਹਿੰਦਾ ਵੀ ਉਹ ਕਿਦਾਂ? ਤੇ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਕੀ ਪ੍ਰੈਸ ਕੀਤੀ, ਜਦੋਂ ਆਪਾਂ ਇਥੋਂ ਕੀ ਪ੍ਰੈਸ ਕਰਾਂਗੇ, ਠੀਕ ਹੈ, ਇਸ ਕੋਇਲ ਦੇ ਅਕ੍ਰੋਸ ਕਰੰਟ ਫਲੋ ਕਰਨਾ ਸ਼ੁਰੂ ਹੋ ਜੂ। Yes, sir. Yes, sir. Yes, sir. ਅਸੀਂ ਇੱਕ ਲਾਈਨ ਪੜ੍ਹੀ ਆ ਕਿ ਜਦੋਂ ਕੋਇਲ 'ਚ ਕਰੰਟ ਫਲੋ ਕਰਦਾ ਤੇ ਕਰੰਟ ਆਲਵੇਜ਼ ਟੇਕ ਸਮ ਟਾਈਮ ਟੂ ਇਨਕਰੀਜ਼ ਫਰਮ 0 ਟੂ ਮੈਕਸਿਮਮ। ਤੇ ਜੇ ਕੋਇਲ ਦੇ ਵਿੱਚ ਕਰੰਟ ਹੌਲੀ ਹੌਲੀ ਵੱਧਦਾ ਪਿਆ, ਗਰੋ ਕਰਦਾ ਪਿਆ, ਤੇ ਇਸ ਕੋਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਵੀ ਹੌਲੀ ਹੌਲੀ ਵਧੂ। ਹਾਂਜੀ sir. Yes, sir. ਜਦੋਂ ਇਹਦੇ ਅਕ੍ਰੋਸ ਮੈਗਨੈਟਿਕ ਫੀਲਡ ਹੌਲੀ ਹੌਲੀ ਇਨਕਰੀਜ਼ ਕਰੇਗਾ, ਇਹਦਾ ਮਤਲਬ ਆ ਮੈਗਨੈਟਿਕ ਫਲਕਸ ਮੇਰੀ ਹੌਲੀ ਹੌਲੀ ਇਨਕਰੀਜ਼ ਯਾਨੀ ਚੇਂਜ ਹੁੰਦੀ ਜਾਊਗੀ। Yes, sir. ਤੇ ਜੇ ਇਸ ਸਰਕਟ ਦੇ ਅੰਦਰ, ਇਸ ਕੋਇਲ ਦੇ ਅੰਦਰ ਮੈਗਨੈਟਿਕ ਫਲਕਸ ਚੇਂਜ ਹੋਏਗੀ ਤੇ ਇਹਦਾ ਮਤਲਬ ਆ ਇਸ ਕੋਇਲ ਦੇ ਅੰਦਰ ਇੱਕ EMF ਇੰਡਿਊਸ ਹੋ ਜੂ। Yes, sir. Yes, sir. ਇੱਕ EMF ਤੁਸੀਂ ਅਪਲਾਈ ਕੀਤੀ ਆ, ਹਨਾ, ਇੱਕ EMF ਅਸੀਂ ਅਪਲਾਈ ਕੀਤੀ ਆ, ਇੱਕ EMF ਇਹਦੇ ਅੰਦਰ ਮੈਗਨੈਟਿਕ ਫਲਕਸ ਦੀ ਚੇਂਜ ਕਰਕੇ ਮੇਰੇ ਕੋਲ ਇੰਡਿਊਸ ਹੋ ਗਈ। ਜਿਹੜੀ ਇੰਡਿਊਸਡ EMF ਹੋਊਗੀ ਉਹਦੇ ਕਰਕੇ ਇਸ ਕੋਇਲ 'ਚ ਇੰਡਿਊਸ ਕਰੰਟ ਵੀ ਹੋਏਗਾ। ਉਹ ਕਹਿੰਦਾ ਜਦੋਂ ਇਸ ਦੇ ਅਕ੍ਰੋਸ ਇੰਡਿਊਸ ਕਰੰਟ ਹੋਏਗਾ ਉਹਨੇ ਮੇਰੀ ਕੋਇਲ ਨੂੰ ਮੈਗਨੇਟਾਈਜ਼ ਕਰ ਦੇਣਾ। Yes, ਹਾਂਜੀ sir. sir. ਉਹ ਕਹਿੰਦਾ ਹੁਣ ਜਦੋਂ ਕੋਇਲ ਤੁਹਾਡੀ ਮੈਗਨੇਟਾਈਜ਼ ਹੋਈ ਨਾ, ਆ ਮੰਨ ਲਓ ਮੇਰੀ ਸਾਰੇ ਦੀ ਸਾਰੀ ਥੱਲੇ ਤੱਕ ਕੋਇਲ ਜਿਹੜੀ ਆ ਇਹ ਮੈਗਨੇਟਾਈਜ਼ ਹੋਈ, ਹੁਣ ਇਹਦੇ ਉੱਪਰ ਲਾਈਟ ਮੈਟਲ ਡਿਸਕ ਪਈ ਆ। ਉਹ ਕਹਿੰਦਾ ਐਸ ਸੱਚ ਜਦੋਂ ਕੋਇਲ ਦੇ ਕ੍ਰੋਸ ਕਰੰਟ ਗਰੋ ਕਰਦਾ ਪਿਆ, ਇਹਦੇ ਅੰਦਰ ਜਿਹੜੀ EMF ਇੰਡਿਊਸ ਹੋਏਗੀ ਉਹ ਇਸ ਗਰੋਥ ਆਫ ਕਰੰਟ ਨੂੰ ਅਪੋਜ਼ ਕਰੂ। Yes, sir. ਉਹ ਕਹਿੰਦਾ ਪੁੱਤ ਹੋਣਾ ਕੀ ਆ ਕਿ ਜਦੋਂ ਤੁਹਾਡੀ ਕੋਇਲ 'ਚੋਂ ਕਰੰਟ ਇੰਡਿਊਸ ਹੋਇਆ ਨਾ, ਤੇ ਇਸ ਕੋਇਲ ਦੇ ਕਰੰਟ ਨੇ ਇੰਡਿਊਸ ਹੋ ਕੇ ਕੀਤਾ ਕਿ ਇਸ ਕੋਇਲ ਦੇ ਅੰਦਰ ਮੈਗਨੇਟਾਈਜੇਸ਼ਨ ਡਿਵੈਲਪ ਕਰਤੀ। ਤੇ ਜਦੋਂ ਇਹ ਕੋਇਲ ਮੈਗਨੇਟਾਈਜ਼ ਹੋ ਗਈ, ਉਹ ਕਹਿੰਦਾ ਇਸ ਡਿਸਕ ਦੇ, ਇਸ ਕੋਇਲ ਦੇ ਅਪਰ ਫੇਸ ਤੇ ਆ ਜਿਹੜੀ ਡਿਸਕ ਇਹਨਾਂ ਕਨੈਕਟਡ ਆ, ਇਹਦੇ ਲੋਅਰ ਫੇਸ ਤੇ ਸੇਮ ਪੋਲ ਡਿਵੈਲਪ ਹੋ ਜਾਣ। ਤੇ ਜਦੋਂ ਦੋਨਾਂ 'ਚ ਸੇਮ ਪੋਲ ਡਿਵੈਲਪ ਹੋਊਗੇ ਤੇ ਸਿਮਿਲਰ ਪੋਲ ਰਿਪੈਲ ਕਰੋਗੇ। Yes, sir. Yes, sir. ਉਹ ਕਹਿੰਦਾ ਜਦੋਂ ਸਿਮਿਲਰ ਪੋਲ ਰਿਪੈਲ ਕਰੋਗੇ ਇਹਦਾ ਮਤਲਬ ਆ ਮੈਟਲ ਡਿਸਕ ਜਿਹੜੀ ਲਾਈਟ weight ਦੀ ਆ, ਹਨਾ, ਬਾਕੀ ਦਾ ਕੋਇਲ ਸਟੈਟਿਕ ਆ, ਠੀਕ ਹੈ ਜੀ, ਉਹ ਤਾਂ ਹਿਲਣੋਂ ਰਹੀ।
in a light metal disc ਜਿਹੜੀ that will jump into air ਔਰ ਜਿੱਦਾਂ ਹੀ ਉਹ ਮੈਟਲ ਡਿਸਕ 에ਅਰ 'ਚ ਜੰਪ ਕਰਦੀ ਆ ਉਹਦੇ ਅੰਦਰ ਜਿਹੜਾ ਮੇਰੇ ਕੋਲ ਐਸ 'ਚ ਮੈਗਨੈਟਿਕ ਪੋਲ ਬਣਿਆ ਸੀ ਉਹ ਖਤਮ ਹੋ ਗਿਆ ਤੇ ਜਿੱਦਾਂ ਮੈਗਨੈਟਿਕ ਪੋਲ ਖਤਮ ਹੋਏਗਾ ਅਗੇਨ ਇਟ ਕਮ ਓਵਰ ਦਾ ਸਰਫੇਸ ਠੀਕ ਹੈ ਇਹ ਮਤਲਬ ਫੇਰ ਇਹਦੇ ਉੱਤੇ ਆਏਗੀ ਤੇ ਫੇਰ ਕੰਟੈਕਟ ਆਈ ਫੇਰ ਜੰਪ ਕਰੂ ਉਹ ਕਹਿੰਦਾ ਇਹਦਾ ਮਤਲਬ ਆ ਮੈਟਲ ਡਿਸਕ ਦੀ ਜੰਪਿੰਗ ਜਿਹੜੀ ਆ ਉਹ ਮੈਨੂੰ ਐਸ ਸੱਚ ਜਸਟੀਫਾਈ ਕਰਦੀ ਆ ਕਿ ਇਸ ਕੁਆਇਲ ਦੇ ਅਕ੍ਰੋਸ ਅਪਲਾਈਡ ਕਰੰਟ ਦੇ ਨਾਲ ਇੰਡਿਊਸ ਕਰੰਟ ਹੈਗੇ ਇਹਦਾ ਮਤਲਬ ਮੇਰੇ ਕੋਲ ਜਿਹੜਾ ਇੰਡਿਊਸ ਕਰੰਟ ਇਸ ਕੁਆਇਲ 'ਚ ਬਿਲਟ ਅਪ ਹੁੰਦਾ ਪਿਆ ਹਨਾ ਉਹਨੂੰ ਅਸੀਂ ਨਾਮ ਦਿੰਦੇ ਆ ਕਿ ਇਹ ਮੇਰੇ ਕੋਲ ਐਸ ਸੱਚ ਐਡੀ ਕਰੰਟ ਹੁਣ ਇੱਕ ਵਰਡ ਹੋਰ ਐਡ ਕਰ ਰਹੇ ਆ ਐਡੀ ਕਿਉਂ ਨਾਮ ਦਿੰਦੇ ਤੇ ਪੁੱਤ ਐਡੀ ਸੇ ਬੇਸਿਕਲੀ ਕਿਹਾ ਜਾਂਦਾ ਕਿ ਜਿੱਦਾਂ ਤੁਹਾਡੇ ਕੋਲ ਐਸ ਸੱਚ ਪਾਣੀ ਦੇ ਵਿੱਚ ਘੁੰਮਣ ਘੇਰੀ ਬੰਦੀ ਹੋਵੇ ਪਤਾ ਜੋ ਦੱਸਦਾ ਪਿਆ Yes, sir. ਜਿੱਦਾਂ ਵਰਲ ਵਿੰਡ ਬੰਦਾ ਵਾ ਹਵਾ ਦੀ ਘੁੰਮਣ ਘੇਰੀ ਬੰਦੀ ਆ ਇਹਦਾ ਸਿਮਿਲਰ ਵੇ ਸੀ ਕਹਿੰਦਾ ਜਿੱਦਾਂ ਪਾਣੀ ਦੇ ਵਿੱਚ ਕਹਿੰਦਾ ਜੀ ਇਸੇ ਤਰ੍ਹਾਂ ਦਾ ਮੇਰੇ ਕੋਲ ਵਿੰਡ ਵਰਲ ਬੰਦਾ ਹੋਵੇ ਹਨਾ ਅਸੀਂ ਉਹਨੂੰ ਨਾਮ ਦਿੰਨੇ ਕਿ ਵੀ ਉਹ ਐਡੀਜ਼ ਨੇ ਦੂਜਾ ਵਰਡ ਆਪਾਂ ਐਡੀਜ਼ ਦਾ ਇਦਾਂ ਦੱਸ ਦਿੰਦੇ ਜਿੱਦਾਂ ਮੰਨ ਲਓ ਕਿਸੇ ਥਾਂ ਤੋਂ ਨਹਿਰ 'ਚ ਪਾਣੀ ਚੱਲਦਾ ਪਿਆ ਹਨਾ ਤੇ ਕੋਈ ਉੱਪਰ ਦੀ ਇੱਕ ਬ੍ਰਿਜ ਹੈਗਾ ਜਿਹਦੇ ਥੱਲੇ ਪਿੱਲਰ ਠੀਕ ਆ ਪਿੱਲਰ ਦੇ ਆਲੇ ਦੁਆਲੇ ਪਾਣੀ ਜਿਹੜਾ ਵਾ ਅਸੀਂ ਨੋਟ ਕਰਦੇ ਹੋ ਸਟ੍ਰੇਟ ਨਹੀਂ ਨਿਕਲਦਾ ਪਿੱਲਰ ਦੇ ਆਲੇ ਦੁਆਲੇ ਪਾਣੀ ਘੁੰਮਦਾ ਉਹ ਕਹਿੰਦਾ ਜਦੋਂ ਪਿੱਲਰ ਦੇ ਆਲੇ ਦੁਆਲੇ ਪਾਣੀ ਘੁੰਮਦਾ ਨਾ ਤੁਸੀਂ ਉਹਨੂੰ ਨਾਮ ਦਿੰਦੇ ਕਿ ਵੀ ਇਹ ਐਡੀਜ਼ ਬੰਦੀਆਂ ਪਈਆਂ ਪਾਣੀ ਦੇ ਅੰਦਰ ਇਹਦਾ ਸਿਮਿਲਰ ਵੇ ਇੱਥੇ ਵੀ ਅਸੀਂ ਡੈਮੋਨਸਟ੍ਰੇਟ ਕਰਦੇ ਪਏ ਕਿ ਜਦੋਂ ਇਸ ਕੁਆਇਲ 'ਚ ਅਪਲਾਈਡ ਕਰੰਟ ਬਣਿਆ ਅਪਲਾਈਡ ਕਰੰਟ ਅਸੀਂ ਅਪਲਾਈ ਕੀਤਾ ਉਹਦੇ ਨਾਲ ਇਹਦੇ ਅੰਦਰ ਐਡੀ ਕਰੰਟ ਬਿਲਟ ਅਪ ਹੋਇਆ ਜਿਹੜੇ ਇੱਕ ਸਵਿਰਲਿੰਗ ਪੈਟਰਨ ਬਣਾਉਂਦੇ ਉਹ ਸਵਿਰਲਿੰਗ ਯਾਨੀ ਘੁੰਮਣ ਘੇਰੀ ਵਾਲਾ ਜਿਹੜਾ ਪੈਟਰਨ ਬਣਦਾ ਪਿਆ ਉਹਦੇ ਕਰਕੇ ਇਸ ਕਰੰਟ ਦਾ ਨਾਮ ਜਿਹੜਾ ਇੰਡਿਊਸ ਕਰੰਟ ਦਾ ਨਾਮ ਜਿਹੜਾ ਉਹਨੂੰ ਅਸੀਂ ਐਡੀ ਕਰੰਟ ਕਹਿੰਦੇ ਪਏ ਕਿਆ ਇੰਨੀ ਗੱਲ ਸਮਝ ਲੱਗਦੀ ਪਈ Yes, sir. Yes. Yes, sir. Yes. ਕੋਈ ਬੱਚੇ ਸਾਰੀ ਥਿਊਰੀ ਹੈ ਸਮਝਣ ਵਾਲੀ ਠੀਕ ਹੈ ਜੀ ਮੈਥਮੈਟੀਕਲ ਕੁਝ ਨਹੀਂ ਹੈਗਾ ਫਿਗਰ ਤੋਂ ਦੇਖ ਕੇ ਉਹਨਾਂ ਚੀਜ਼ਾਂ ਨੂੰ ਤੁਸੀਂ ਐਸਾ ਸਿਰਫ ਦਿਮਾਗ 'ਚ ਲੈ ਕੇ ਆ ਰਹੇ ਹੋ ਕਿਆ ਇੰਨੀ ਗੱਲ ਸਮਝ ਲੱਗਦੀ ਪਈ Yes, sir. Yes, sir. Yes, sir. ਚਲੋ ਅਗਲੇ ਵਰਡ Sir. ਹਾਂਜੀ ਸਰ ਐਡੀ ਕਰੰਟ ਹਮੇਸ਼ਾ ਕੋਇਲਾਂ ਦੇ ਵਿੱਚ ਹੀ ਹੁੰਦਾ ਜਾਂ ਹੋਰ ਕਿਸੇ ਜਗ੍ਹਾ ਤੇ ਵੀ ਮਿਲਦਾ ਦੇਖੋ ਐਡੀ ਕਰੰਟ ਹਮੇਸ਼ਾ ਕੋਇਲਸ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦਾ ਜਾਂ ਹੋਰ ਜਗ੍ਹਾ ਤੇ ਵੀ ਮਿਲ ਜਾਂਦਾ ਦੇਖਣ ਨੂੰ ਆ ਪੁੱਤੇ ਇੱਥੇ ਕੋਇਲ ਥੋੜਾ ਆਪਾਂ ਲਿੱਤੀ ਕੋਈ ਇਹ 'ਚ ਕਿਹੜੀ ਕੋਇਲ ਲਿੱਤੀ ਕੋਈ ਓਕੇ ਸਰ ਇਹ 'ਚ ਕੋਇਲ ਥੋੜਾ ਕੀ ਆਪਾਂ ਦੇ ਕਿਹਾ ਵਾ ਕਿਸੇ ਵੀ ਸਰਕਟ ਦੇ ਅੰਦਰ ਜਦੋਂ ਮੈਗਨੈਟਿਕ ਫਲਕਸ ਚੇਂਜ ਹੁੰਦੀ ਪਈ ਹੈ ਉਦੋਂ ਅਸੀਂ ਕਹਿੰਦੇ ਜੀ ਈਐਮਐਫ ਇੰਡਿਊਸ ਹੋਈ ਹੁਣ ਜਿਹੜੀ ਵੀ ਉਹ ਕੋਇਲ ਮੇਰੀ ਹੋਏਗੀ ਜਿੱਦਾਂ ਹੁਣ ਏਸੀ ਜਨਰੇਟਰ ਆ ਏਸੀ ਜਨਰੇਟਰ ਦਾ ਬੇਸਿਕ ਪ੍ਰਿੰਸੀਪਲ ਏਸੀ ਜਨਰੇਟਰ 'ਚ ਅਸੀਂ ਕੀ ਕਹਿੰਦੇ ਹੁੰਦੇ ਇੱਕ ਆਰਮੇਚਰ ਕੋਇਲ ਹੋਗੀ ਮਤਲਬ ਇੱਕ ਮੇਰੇ ਕੋਲ ਇਦਾਂ ਕਰਕੇ ਆਇਰਨ ਸ਼ੀਟ ਹੋ ਗਈ ਇਹਦੇ ਉੱਤੇ ਮੈਂ ਸਾਰੀ ਕਾਪਰ ਵਾਇਰਿੰਗ ਕੀਤੀ ਹੋਈ ਆ ਯਾਨੀ ਇਹ ਮੇਰੀ ਰੈਕਟੈਂਗੂਲਰ ਕੋਇਲ ਬਣ ਗਈ ਔਰ ਇਸ ਰੈਕਟੈਂਗੂਲਰ ਕੋਇਲ ਨੂੰ ਮੈਂ ਮੈਗਨੈਟਿਕ ਫੀਲਡ 'ਚ ਰੱਖਿਆ ਹੋਇਆ ਹੁਣ ਜਦੋਂ ਇਹ ਆਰਮੇਚਰ ਕੋਇਲ ਅਸੀਂ ਕਹਿੰਦੇ ਮੈਗਨੈਟਿਕ ਫੀਲਡ 'ਚ ਘੁੰਮਦੀ ਹੈ ਤੇ ਅਸੀਂ ਕਹਿੰਦੇ ਕੰਟੀਨਿਊਸਲੀ ਮੈਗਨੈਟਿਕ ਫਲਕਸ ਚੇਂਜ ਹੋ ਰਹੀ ਆ ਉਹਦਾ ਮਤਲਬ ਆ ਸਰਕਟ ਦੇ ਅੰਦਰ ਇੰਡਿਊਸ ਕਰੰਟ ਯਾਨੀ ਈਐਮਐਫ ਤੇ ਇੰਡਿਊਸ ਹੋ ਕੇ ਇੰਡਿਊਸ ਕਰੰਟ ਦਿੰਦੀ ਹੈ ਕਲੀਅਰ ਆ ਯੈਸ ਸਰ ਚਲੋ ਇਸੇ ਨੂੰ ਹਜੇ ਕੰਟੀਨਿਊ ਰੱਖਾਂਗਾ ਸੋ ਇਹ ਦੋਨੇ ਐਗਜ਼ਾਮਪਲ ਮੈਨੂੰ ਇਹ ਸ਼ੋ ਕਰਦੀਆਂ ਪਈਆਂ ਇਹ ਐਕਸਪੈਰੀਮੈਂਟਲੀ ਡੈਮੋਨਸਟ੍ਰੇਟ ਕਰਦੀਆਂ ਵਾ ਕਿ ਕਿਸੇ ਸਰਕਟ ਦੇ ਅੰਦਰ ਮੈਗਨੈਟਿਕ ਫਲਕਸ ਦੀ ਚੇਂਜ ਕਰਕੇ ਠੀਕ ਹੈ ਜਿਹੜੇ ਇੰਡਿਊਸ ਕਰੰਟ ਬਿਲਟ ਅਪ ਹੁੰਦੇ ਆ ਉਹਨੂੰ ਅਸੀਂ ਨਾਮ ਦਿੰਦੇ ਪਏ ਉਹ ਐਡੀ ਕਰੰਟ ਹੁਣ ਜੇ ਮੰਨ ਲਓ ਮੈਂ ਐਗਜ਼ਾਮਪਲ ਹੁਣ ਇੱਕ ਗੱਲ ਕੀਤੀ ਮੂਵਿੰਗ ਕੋਇਲ ਗਲਵੈਨੋਮੀਟਰ ਦੇ ਅੰਦਰ ਇਹ ਐਡੀ ਕਰੰਟ ਦੀ ਐਡਵਾਂਟੇਜ ਆ ਹਨਾ ਉੱਥੇ ਅਸੀਂ ਕਹਿੰਦੇ ਕਿ ਵੀ ਕੋਇਲ ਨੂੰ ਪੁਆਇੰਟਰ ਨੂੰ ओरिजिनल ਪੋਜੀਸ਼ਨ ਤੇ ਮੈਂ ਇਮੀਡੀਏਟ ਲੈ ਕੇ ਆਣਾ ਇਸ ਲਈ ਉੱਥੇ ਐਡੀ ਕਰੰਟ ਜਦੋਂ ਕੋਇਲ 'ਚ ਬੰਦੇ ਆ ਤੇ ਉਹ ਇਹਨੂੰ ਪੁਆਇੰਟਰ ਨੂੰ ਇਮੀਡੀਏਟਲੀ ਵਾਪਸ ਲਿਆਉਂਦੇ ਉੱਥੇ ਤੇ ਇਹਦੀ ਐਡਵਾਂਟੇਜ ਆ ਪਰ ਜੇ ਮੰਨ ਲਓ ਮੈਨੂੰ ਕਿਸੇ ਥਾਂ ਤੇ ਇਹਦੀਆਂ ਫ੍ਰੀ ਆਸੀਲੇਸ਼ਨ ਚਾਹੀਦੀਆਂ ਉਸ ਮੂਮੈਂਟ ਤੇ ਕੀ ਕਰਾਂ ਉੱਥੇ ਤੇ ਇਹਨੇ ਕੋਇਲ ਨੇ ਘੁੰਮਣਾ ਰੁਕ ਜਾਣਾ ਤੇ ਜੇ ਮੈਨੂੰ ਫ੍ਰੀ ਆਸੀਲੇਸ਼ਨ ਚਾਹੀਦੀਆਂ ਉਹ ਕਹਿੰਦਾ ਜੀ ਉਸ ਇਨਸਟੈਂਟ ਤੇ ਤੁਸੀਂ ਕੀ ਕਰੋਗੇ ਉਸ ਇਨਸਟੈਂਟ ਤੇ ਅਸੀਂ ਕੀ ਕਰਾਂਗੇ ਆਹੀ ਜਿਹੜੀ ਮੇਰੀ ਰੈਕਟੈਂਗੂਲਰ ਕੋਇਲ ਆ ਇਹਦੇ ਅਕ੍ਰੋਸ ਕੋ ਕਹਿੰਦਾ ਜੀ ਅਸੀਂ ਮੈਟੈਲਿਕ ਸਲੌਟ ਕਟਿੰਗ ਕਰਾਂਗੇ डिजाइन च थोड़ी चेंज कर रहे हैं ਇਹਦਾ ਕੋਈ ਕਾਰਨ ਕੀ ਆ ਉਹ ਦੱਸਣ ਲੱਗਿਆ ਜਿਹੜੀ ਤੁਹਾਡੀ ਰੈਕਟੈਂਗੂਲਰ ਕਹਿੰਦਾ ਜੀ ਐਸ ਸੱਚ ਮੇਰੇ ਕੋਲ ਸ਼ੀਟ ਸੀਗੀ ਉਹਦੇ ਵਿੱਚ ਅਸੀਂ ਕੈਂਚੀ ਲੈ ਕੇ ਸ਼ੀਟਾਂ ਵਿੱਚੋਂ ਕੱਟ ਦਿੱਤੀਆਂ ਉਹ ਕਹਿੰਦਾ ਜਿਹੜੀ ਇਹ ਚ ਮੈਟੈਲਿਕ ਸਲੌਟ ਬਣਾ ਦਿੱਤੇ ਉਹ ਕਹਿੰਦਾ ਜੀ ਸਲੌਟ ਬਣਾਏ ਦੀ ਕੀ ਐਡਵਾਂਟੇਜ ਉਹ ਕਹਿੰਦਾ ਇਹ ਐਡੀ ਕਰੰਟ ਨੂੰ ਘਟਾ ਦਿੰਦੀਆਂ ਕਿਦਾਂ ਘਟਾ ਦਿੰਦੀਆਂ ਤੇ ਪੁੱਤ ਉਹਦੇ ਵਿੱਚ ਸੇਮ ਵਰਡ ਲਵਾਂਗਾ
ਕਿ ਜਦੋਂ ਤੁਸੀਂ coil ਨੂੰ rotate ਕੀਤਾ magnetic flux change ਹੋਈ, EMF induce ਹੋਈ, ਪਰ induced EMF ਕਰਕੇ induced current ਵੀ ਆਇਆ, ਪਰ ਇੱਕ ਫਰਕ ਹੋ ਗਿਆ, now current will have to follow a longer path। ਹੁਣ ਕਰੰਟ ਨੂੰ ਇੱਕ ਲੌਂਗ ਪਾਥ ਫੋਲੋ ਕਰਨਾ ਪੈ ਰਿਹਾ, ਤੇ we know one property R equal to rho L by A। ਤੇ ਜੇ ਲੈਂਥ ਆਫ ਕਰੰਟ ਅਸੀਂ ਵਧਾ ਦਈਏ, ਹਨਾ, ਯਾਨੀ ਜੇਕਰ ਕਰੰਟ ਲਈ ਰਸਤਾ ਲੰਬਾ ਕਰ ਦਈਏ ਤੇ ਲੈਂਥ ਦੇ ਵਧਣ ਕਰਕੇ ਇਸ ਕੁਆਇਲ ਦੀ ਰੈਜ਼ਿਸਟੈਂਸ ਵੀ ਵੱਧ ਜੂ। Yes, sir. Yes, sir. Yes, sir. ਤੇ ਜੇ ਇਹਦੀ ਰੈਜ਼ਿਸਟੈਂਸ ਵੱਧ ਜਾਏਗੀ ਤੇ we know that ਕਰੰਟ ਐਡੀ ਕਰੰਟ ਹੋਵੇ ਜਾਂ ਇੰਡਿਊਸ ਕਰੰਟ ਹੋਵੇ ਜਾਂ ਸਿੰਪਲ ਕਰੰਟ ਹੋਵੇ, ਕਰੰਟ ਦਾ ਫਾਰਮੂਲਾ EMF by resistance ਆ। ਇਹਦਾ ਮਤਲਬ ਜਿਹੜੀ ਇੰਡਿਊਸਡ EMF ਪਿਛਲੀ ਸ਼ੀਟ ਚ ਆਈ ਸੀ ਤੇ ਇਹ ਚ ਆਈ ਸੀ, ਉਹ ਤਾਂ ਸੇਮ ਆ, ਪਰ ਹੁਣ ਅਸੀਂ ਐਸ ਸੱਚ ਲੈਂਥ ਕਰੰਟ ਦੀ ਵਧਾ ਕੇ ਰੈਜ਼ਿਸਟੈਂਸ ਓਵਰਆਲ ਵਧਾ ਦਿੱਤੀ, ਤੇ ਰੈਜ਼ਿਸਟੈਂਸ ਦੇ ਵਧਣ ਨਾਲ ਇਸ ਕੁਆਇਲ ਦੇ ਅੰਦਰ ਜਿਹੜਾ ਐਡੀ ਜਾਂ ਇੰਡਿਊਸ ਕਰੰਟ ਆ ਉਹਦੀ ਸਟਰੈਂਥ ਘਟ ਜਾਏਗੀ। Yes, sir. Yes, sir. ਇੰਡਿਊਸ ਕਰਨ ਦੀ ਸਟਰੈਂਥ ਘਟੇਗੀ, ਤੇ ਇਹਦਾ ਮਤਲਬ ਆ ਜਿਹੜਾ ਇਹਦੇ ਵਿੱਚ ਇੰਡਿਊਸ ਕਰਨ ਦੇ ਕਰਕੇ ਮੈਗਨੈਟਿਕ ਫੀਲਡ ਬਣਨਾ ਵਾ ਉਹਦੀ ਸਟਰੈਂਥ ਵੀ ਅੱਗੇ ਨਾਲੋਂ ਵੀਕ ਹੋ ਜੂਗੀ। Yes, sir. Yes, sir. ਓਏ ਸਾਰਿਆਂ ਨੂੰ ਗੱਲ ਸਮਝ ਲੱਗਦੀ ਪਈ? Yes, sir. Yes, sir. ਚਲੋ, ਸੋ ਐਸਐਚਓ ਨੇ ਫਿਰ ਇਹ ਡਿਫਾਈਨ ਕੀਤਾ ਕਿ ਵੀ ਜੇ ਤੁਸੀਂ ਕਿਤੇ ਐਡਵਾਂਟੇਜ ਲੈਣੀ ਆ ਉਦੋਂ ਅਸੀਂ ਰੈਕਟੈਂਗੂਲਰ ਸ਼ੀਟ ਤੇ ਰੱਖੀ ਸੀਗੀ, ਪਰ ਜੇ ਮੈਂ ਐਡੀ ਕਰੰਟ ਨੂੰ ਰਿਡਿਊਸ ਕਰਨਾ, ਇੰਡਿਊਸ ਕਰਨ ਨੂੰ ਰਿਡਿਊਸ ਕਰਨਾ, ਤੇ ਉਹ ਕਹਿੰਦਾ ਤੁਸੀਂ ਆਪਣੀ ਰੈਕਟੈਂਗੂਲਰ ਸ਼ੀਟ ਦੀ ਥਾਂ ਤੇ ਉਹਦੇ 'ਚ ਇਸ ਟਾਈਪ ਦੇ ਮੈਟੈਲਿਕ ਸਲੌਟ ਕਟਿੰਗ ਕਰ ਦਿਓ। ਇਹਦੇ ਨਾਲ ਕਰੰਟ ਦੀ ਜਿਹੜੀ ਲੈਂਥ ਵਾ ਉਹ ਵੱਧ ਜਾਣੀ, ਜਿਹਦੇ ਨਾਲ ਰੈਜ਼ਿਸਟੈਂਸ ਵੱਧ ਜਾਣੀ, ਐਂਡ ਅਲਟੀਮੇਟਲੀ ਇਹ 'ਚ ਡਿਵੈਲਪ ਹੋਣ ਵਾਲਾ ਜਿਹੜਾ ਇੰਡਿਊਸ ਕਰੰਟ ਆ ਉਹਦੀ ਸਟਰੈਂਥ ਯਾਨੀ ਐਡੀ ਕਰੰਟ ਦੀ ਸਟਰੈਂਥ ਸਰਕਟ ਦੇ ਵਿੱਚ ਅੱਗੇ ਨਾਲੋਂ ਘਟ ਜੂਗੀ। Yes, sir. Yes, sir. ਉਹ ਤੇ ਦੋ ਚੀਜ਼ਾਂ ਕੀਤੀਆਂ ਆਪਾਂ, ਐਕਸਪੈਰੀਮੈਂਟਲ ਡੈਮੋਨਸਟ੍ਰੇਸ਼ਨ ਵੀ ਕਰਦੇ ਪਏ, ਤੇ ਇੱਕ ਟੌਪਿਕ ਨਾਲੋਂ ਨਾਲ ਇਹਦਾ ਹੈਗਾ ਐਪਲੀਕੇਸ਼ਨਸ ਆਫ ਐਡੀ ਕਰੰਟ। ਉਹਨਾਂ ਵਿੱਚੋਂ ਤੁਹਾਨੂੰ ਇੱਕ ਐਪਲੀਕੇਸ਼ਨ ਦੱਸਦਾ ਪਿਆ ਕਿ ਵੀ ਐਡੀ ਕਰੰਟ ਦੀ ਐਡਵਾਂਟੇਜ ਡੈਡ ਬੀਟ ਗੈਲਵੇਨੋਮੀਟਰ ਦੀ ਫਾਰਮੇਸ਼ਨ ਚ, ਤੇ ਉਹਦੇ 2 ਤੋਂ 3 ਯੂਜ਼ਸ ਤੁਸੀਂ ਬੁੱਕ ਚੋਂ ਪੜ੍ਹਨੇ ਆ। ਫਿਰ ਨਾਲ ਹੀ ਆਪਾਂ ਉਹਦੀ ਡਿਸਐਡਵਾਂਟੇਜ ਵੀ ਦੱਸਦੇ ਪਏ ਕਿ ਜਦੋਂ ਐਸਐਚ ਕਿਸੇ ਸਰਕਟ 'ਚ ਐਡੀ ਕਰੰਟ ਬਣਦੇ ਪਏ ਆ, ਤੇ ਕਰੰਟ ਐਡੀ ਕਰੰਟ ਹੋਵੇ ਯਾਨੀ ਇੰਡਿਊਸ ਕਰੰਟ ਹੋਵੇ ਜਾਂ ਅਪਲਾਈਡ ਹੋਵੇ, ਦੋਨਾਂ ਹੀ ਕੇਸਿਸ ਦੇ ਅੰਦਰ H equal to I square RT ਦੇ ਅਕੋਰਡਿੰਗਲੀ ਜੇ ਸਰਕਟ 'ਚ ਮੇਰੇ ਕੋਲ ਕਿਸੇ ਵੀ ਟਾਈਪ ਦਾ ਕਰੰਟ ਫਲੋ ਕਰੇ ਤੇ ਉਹ ਹੀਟਿੰਗ ਇਫੈਕਟ ਡਿਵੈਲਪ ਕਰੂਗਾ। Yes, sir. Yes. ਓਏ ਯੈਸ ਸਰ ਕਹਿੰਦੇ, ਨੋ ਸਰ ਕਹਿੰਦੇ, ਥੱਕ ਗਏ Yes, sir. ਤੁਹਾਡੇ 5-7 ਤੇ ਜ਼ਿੰਮੇਵਾਰੀ, ਬਾਕੀ ਤਾਂ ਸਾਰੇ ਸੱਚੇ ਗੁੰਗੇ ਹੀ ਆ। ਤੁਸੀਂ 5-7 ਜਣੇ ਰਿਸਪੌਂਡ ਕਰ ਦਿਆ ਕਰੋ, ਮੈਨੂੰ ਹੌਸਲਾ ਜਿਹਾ ਹੋ ਜਾਂਦਾ, ਕਿਉਂਕਿ ਗੁੰਗੇ ਬੱਚੇ ਤਾਂ ਮੇਰੇ ਬੋਲ ਰਹੇ ਨਹੀਂ। ਕਿਉਂ ਗ੍ਰਾਈਮਨ? ਗੁਰਕੀਰਤ ਸਿੰਘ ਮੈਂ ਤੇ ਬੋਲਦਾ ਪਿਆ। ਚਲੋ ਆਪਾਂ ਕੰਟੀਨਿਊ ਇਹ ਕਰ ਰਹੇ ਸੀਗੇ, ਗੱਲ ਜਿਹੜੀ ਸੀਗੀ ਕਿ ਵੀ ਤੁਹਾਡੇ ਕੋਲ ਐਸ ਸੱਚ ਐਡੀ ਕਰੰਟ ਜਦੋਂ ਸਰਕਟ 'ਚ ਬਿਲਟ ਅਪ ਹੁੰਦੇ ਪਏ ਤੇ ਉਹਦੀ ਕਿਸੇ ਜਗ੍ਹਾ ਤੇ ਜੇ ਐਪਲੀਕੇਸ਼ਨ ਹੈਗੀ ਹੈ ਯਾਨੀ ਯੂਜ਼ਸ ਉਹਦੇ ਹੈਗੇ ਬੇਟਾ, ਤੇ ਕਿਸੇ ਦੂਸਰੇ ਪਾਸੇ ਸੀ ਕਿ ਉਹਦੀ ਡਿਸਐਡਵਾਂਟੇਜ ਵੀ। ਡਿਸਐਡਵਾਂਟੇਜ ਸਭ ਤੋਂ ਮੇਨ ਇਹ ਆਉਂਦੀ ਆ ਕਿ ਕਿਸੇ ਵੀ ਕੁਆਇਲ ਦੇ ਅਕ੍ਰੋਸ ਜਾਂ ਸਰਕਟ ਦੇ ਅਕ੍ਰੋਸ ਜੇ ਐਡੀ ਕਰੰਟ ਵੀ ਬਿਲਟ ਅਪ ਹੁੰਦੇ ਆ ਤੇ ਉਹਨੇ ਵੀ H equal to I square RT ਵਾਲੇ ਰਿਲੇਸ਼ਨ ਦੇ ਅਕੋਰਡਿੰਗਲੀ ਹੀਟਿੰਗ ਇਫੈਕਟ ਤੁਹਾਡੇ ਸਰਕਟ 'ਚ ਜਨਰੇਟ ਕਰਨਾ ਹੀ ਕਰਨਾ। ਇਹਦਾ ਮਤਲਬ ਹੀਟ એનર્ਜੀ ਦੀ ਫਾਰਮ 'ਚ ਜਿਹੜੇ ਲਾਸਸ ਨੇ ਹਨਾ, ਉਹ ਅਪਲਾਈਡ ਕਰੰਟ ਵੀ ਦਿਖਾਉਂਦੇ ਆ ਤੇ ਇੰਡਿਊਸ ਕਰੰਟ ਵੀ ਸ਼ੋ ਆਫ ਕਰਦੇ। ਇਹਨੀ ਗੱਲ ਕਲੀਅਰ ਆ? Yes, sir. Yes, sir. Yes, sir. ਚਲੋ ਨੈਕਸਟ ਟੌਪਿਕ ਜਿਹੜਾ ਸ਼ੁਰੂ ਕਰਨ ਲੱਗਿਆ, ਠੀਕ ਹੈ ਜੀ, ਉਹ ਟੌਪਿਕ ਹੈਗਾ ਆਪਣੇ ਕੋਲ ਸੈਲਫ ਇੰਡਕਸ਼ਨ। ਫਿਰ ਥਿਊਰੀ ਦਾ ਟੌਪਿਕ ਆ ਬੇਟਾ, ਸਮਝਣ ਵਾਲਾ ਹੀ ਹੈ ਤੁਹਾਡੇ। ਆ ਡਾਇਗਰਾਮ ਬੁੱਕ ਦੇ ਵਿੱਚੋਂ ਐਸਾ ਚ ਕਰ ਲੈਣੀਆਂ, ਫੋਟੋ ਵਾਲਾ ਕੰਮ ਨਹੀਂ ਹੈਗਾ ਕੁਝ, ਇਸ ਲਈ ਨਹੀਂ ਖਿੱਚ ਰਿਹਾ। ਨੈਕਸਟ ਟੌਪਿਕ ਸੈਲਫ ਇੰਡਕਸ਼ਨ। ਦੋ ਟੌਪਿਕ ਪੈਰਲਲ ਚ ਚਲਾਉਂਗਾ ਬੇਟਾ, ਗੱਲ ਸਮਝਿਓ ਧਿਆਨ। ਇੱਕ ਟੌਪਿਕ ਹੈਗਾ ਸੈਲਫ ਇੰਡਕਸ਼ਨ ਔਰ ਇੱਕ ਟੌਪਿਕ ਇਸ ਤੋਂ ਅੱਗੇ ਨਾਲ ਹੀ ਇਹਦੇ ਆਣਾ ਟੌਪਿਕ ਹੈਗਾ ਮਿਊਚੁਅਲ ਇੰਡਕਸ਼ਨ। ਸੈਲਫ ਇੰਡਕਸ਼ਨ ਤੇ ਮਿਊਚੁਅਲ ਇੰਡਕਸ਼ਨ, ਕਹਿੰਦਾ ਜੀ ਦੋਨਾਂ 'ਚ ਡਿਫਰੈਂਸ ਕੀ ਹੈ ਤੇ ਦੋਨਾਂ ਟੌਪਿਕ 'ਚ ਹੈ ਕੀ ਹੈ।
ਆਪਾਂ ਬੁੱਤ ਪਿਛਲੇ ਟੌਪਿਕ 'ਚ ਇੱਕ ਗੱਲ ਕਰਦੇ ਹਟੇ ਹਾਂ ਹੁਣ ਵੀ ਕਿ ਵੀ ਜਦੋਂ ਤੁਸੀਂ ਕਿਸੇ ਕੁਆਇਲ ਦੇ ਅਕ੍ਰੋਸ ਤੁਸੀਂ EMF ਅਪਲਾਈ ਕਰਦੇ ਹੋ ਤਾਂ ਅਸੀਂ ਕਿਹਾ ਕਿ ਵੀ ਉਸ ਕੁਆਇਲ ਦੇ ਅਕ੍ਰੋਸ ਹੀ ਕੀ ਹੁੰਦਾ ਇੱਕ EMF ਇੰਡਿਊਸ ਹੋ ਕੇ ਆ ਜਾਂਦੀ। ਠੀਕ ਆ, ਜੋ ਗੱਲ ਕਹਿਣਾ ਪਿਆ ਉਹਨੂੰ ਲੈ ਕੇ ਚੱਲਾਂ ਤੇ ਇਦਾਂ ਕਵਾਂਗਾ ਕਿ ਜੇ ਮੰਨ ਲਓ ਮੇਰੇ ਕੋਲ ਇੱਕ ਕੋਈ ਕੁਆਇਲ ਗਿਵਨ ਆ, ਆਪਣੇ ਕੋਲ ਕੋਈ ਇੱਕ ਕੁਆਇਲ ਗਿਵਨ ਆ, ਇਸ ਕੁਆਇਲ ਨੂੰ ਤੁਸੀਂ ਐਸ ਸੱਚ ਕਹਿੰਦਾ ਜੀ ਇੱਕ ਬੈਟਰੀ ਨਾਲ ਤੇ ਇੱਕ 92 ਕੀ ਨਾਲ ਆਪਾਂ ਅਟੈਚ ਕਰ ਦੋ ਜਾਂ ਟੈਪਿੰਗ ਕੀ ਦੇ ਨਾਲ ਅਟੈਚ ਕਰ ਦੋ। ਠੀਕ ਆ, ਹੁਣ ਜਦੋਂ ਮੈਂ ਐਸ ਸੱਚ ਇਸ ਕੀ ਦੇ ਕ੍ਰੋਸ ਇਹਨੂੰ ਟੈਪਿੰਗ ਕੀ ਨੂੰ ਪ੍ਰੈਸ ਕਰਾਂਗਾ, ਠੀਕ ਹੈ, ਵਾਟ ਹੈਪਨ ਕੀ ਹੋਏਗਾ, बोलेगा ਸਰ ਇੰਡਿਊਸਡ ਕਰੰਟ ਬਣਨਾ, हाँ जी EMF ਕ੍ਰੀਏਟ। बिल्कुल। अब सारे वर्ड एक चीज बार बार कहूंगा, जो पढ़े है ना ਹੁਣ तक फैराडे लॉ वगैरह आप सारे ਉਹੀ ਪੁੱਤ ਚੀਜ਼ਾਂ ਦੀ ਰੈਪੀਟੀਸ਼ਨ। ਉਹਨੇ ਕਿਹਾ ਕਿ ਸੈਲਫ ਇੰਡਕਸ਼ਨ ਜਾਂ ਮਿਊਚੁਅਲ ਇੰਡਕਸ਼ਨ, ਮਿਊਚੁਅਲ ਦੇ ਵਿੱਚ ਚੇਂਜ ਸਿਰਫ ਇਹ ਹੋਏਗੀ ਕਿ ਇਨ ਕੇਸ ਆਫ ਮਿਊਚੁਅਲ ਇੰਡਕਸ਼ਨ ਕਹਿੰਦਾ ਜੀ ਵੀ ਹੈਵ ਟੂ ਕੁਆਇਲਸ, ਉਹਦੇ ਅੰਦਰ ਮੇਰੇ ਕੋਲ ਦੋ ਕੁਆਇਲਸ ਲੱਗੀਆਂ ਹੋਈਆਂ, ਇੱਕ ਨੂੰ ਅਸੀਂ ਕਹਿੰਦੇ ਪ੍ਰਾਇਮਰੀ ਕੁਆਇਲ ਤੇ ਇੱਕ ਨੂੰ ਅਸੀਂ ਨਾਮ ਦੇ ਦਾਂਗੇ ਮੇਰੇ ਕੋਲ ਸੈਕੰਡਰੀ ਕੁਆਇਲ। ਠੀਕ ਆ, ਇਹ ਚ ਦੋ ਕੁਆਇਲ ਦਾ ਸਿਸਟਮ ਆ, ਇਹ ਚ ਸਿੰਗਲ ਕੁਆਇਲ ਆ ਤੇ ਇਹ ਚ ਅਸੀਂ ਇਹ ਕਹਿੰਦੇ ਪਏ ਕਿ ਜਦੋਂ ਐਸਾ ਤੁਸੀਂ ਇਸ ਟੈਪਿੰਗ ਕੀ ਨੂੰ ਪ੍ਰੈਸ ਕਰੋਗੇ ਤੇ ਅਸੀਂ ਆਬਜ਼ਰਵ ਕਰਾਂਗੇ ਕਿ ਕਰੰਟ ਇਸ ਕੁਆਇਲ ਚ ਜਿਹੜਾ ਹੈਗਾ ਇਟ ਆਲਵੇਜ਼ ਟੇਕ ਸਮ ਟਾਈਮ ਟੂ ਇਨਕਰੀਜ਼ ਫਰਮ 0 ਟੂ ਮੈਕਸਿਮਮ। ਮੈਂ ਅੱਗੇ ਵੀ ਗੱਲ ਕਹੀ ਸੀ ਕਿ ਫਿਰ ਉਹੀ ਲਾਈਨਾਂ ਰਿਪੀਟ ਕਰ ਰਿਹਾ। ਸੈਲਫ ਇੰਡਕਸ਼ਨ ਦੀ ਡੈਫੀਨੇਸ਼ਨ ਇਹ ਆ, ਇਟ ਇਜ਼ ਦਾ ਪ੍ਰੋਪਰਟੀ ਆਫ ਕੁਆਇਲ by virtue of which the coil itself will induce some EMF। ठीक है, coil will induce some EMF in itself। ठीक है, coil अपने आप दे अंदर ही एक EMF इंड्यूस कर दी है। जेडी EMF coil अपने आप दे विच ही EMF इंड्यूस कर दी आ, वो इंड्यूस्ड EMF हमेशा तुहाडी अप्लाइड EMF नू अपोज करेगी। ਜੇ ਤੁਹਾਡੀ ਕੁਆਇਲ ਦੇ ਅੰਦਰ ਅਪਲਾਈਡ EMF ਗਰੋ ਕਰਨ ਲੱਗਦੀ ਆ, ਉਹਨੇ ਗਰੋਥ ਆਫ EMF ਨੂੰ ਅਪੋਜ਼ ਕਰਨਾ। ਜੇ ਤੁਹਾਡੀ ਸਰਕਟ ਦੇ ਅੰਦਰ ਅਪਲਾਈਡ EMF ਡਿਕਰੀਜ਼ ਕਰਨ ਲੱਗਦੀ ਆ ਤੇ ਉਹਨੇ ਕੁਆਇਲ ਦੇ ਅੰਦਰ ਹੀ EMF ਨੇ ਡਿਕਰੀਜ਼ ਨੂੰ ਵੀ ਅਪੋਜ਼ ਕਰਨਾ। ਕਿ ਆ ਲਾਈਨ ਸਮਝ ਲੱਗਦੀ ਪਈ? ਯੈਸ Yes, sir. ਯੈਸ ਸਰ। ਚਲ ਮੈਂ ਪੁੱਤ ਇਸੇ ਗੱਲ ਨੂੰ ਲੈ ਕੇ ਕੰਟੀਨਿਊ ਕਰ ਰਿਹਾ। ਆਪਾਂ ਵਰਡ ਲੈਣ ਲੱਗੇ, ਕਹਿੰਦਾ ਜੀ ਵੈਨ ਯੂ ਟੈਪਿੰਗ ਕੀ ਤੁਸੀਂ ਪ੍ਰੈਸ ਕੀਤੀ, ਯਾਨੀ ਵੈਨ ਵੀ ਸਵਿਚ ਔਨ ਦਾ ਡਿਵਾਈਸ ਤੇ ਵੀ ਸੈਡ ਕਰੰਟ ਵਿਲ ਸਟਾਰਟ ਗਰੋਇੰਗ ਇਨ ਦਾ ਕੁਆਇਲ। ਔਰ ਜਦੋਂ ਇਸ ਕੁਆਇਲ ਚ ਕਰੰਟ ਜਿਹੜਾ ਗਰੋ ਕਰੇਗਾ, ਹਨਾ, ਅਸੀਂ ਇਹ ਵਰਡ ਇਦਾਂ ਲੈ ਰਹੇ ਕਿ ਜਦੋਂ ਇਥੋਂ ਕਰੰਟ ਤੁਸੀਂ 0 ਤੋਂ 5 ਐਂਪੀਅਰ ਤੱਕ ਲੈ ਕੇ ਜਾਣਾ, ਤੁਸੀਂ ਕਰੰਟ ਸਵਿਚ ਔਨ ਕਰਤਾ, ਕਰੰਟ 0 ਤੋਂ 0.1 ਐਂਪੀਅਰ ਹੋਇਆ, ਫਿਰ 0.2 ਹੋਇਆ, ਫਿਰ 0.9 ਹੋਇਆ, ਫਿਰ 1.2 ਹੋਇਆ, ਫਿਰ 1.9 ਹੋਇਆ ਐਂਡ ਸੋ ਔਨ। ਉਹ ਕਹਿੰਦਾ ਜਿੱਦਾਂ ਜਿੱਦਾਂ ਕੁਆਇਲ ਚ ਕਰੰਟ ਗਰੋ ਕਰਦਾ ਜਾਏਗਾ, ਆ ਰਿਲੇਸ਼ਨ B = μ0 Ni, ਇਸ ਰਿਲੇਸ਼ਨ ਦੇ ਅਕੋਰਡਿੰਗਲੀ ਜਿੱਦਾਂ ਜਿੱਦਾਂ ਮੇਰੇ ਕੋਲ I ਦੀ ਸਟਰੈਂਥ ਇਸ ਕੁਆਇਲ ਦੇ ਅਕ੍ਰੋਸ ਚੇਂਜ ਹੋਏਗੀ, ਇਸ ਕੁਆਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਦੀ ਸਟਰੈਂਥ ਵੀ ਚੇਂਜ ਹੋਏਗੀ। ਕਿੰਨੀ ਗੱਲ ਸਮਝ ਲੱਗ ਰਹੀ? Yes, sir. Yes, sir. ਦੂਜਾ ਫਾਰਮੂਲਾ ਫਲਕਸ ਦਾ ਸੀਗਾ B.A यानी μ0 Ni into A। ठीक है जी, वो तो तीन फॉर्मूले लिखांगा, तीन फॉर्मूले ही एक्सप्लेनेशन है। और तीजा सी लिखा सी EMF दा which is given by -d pi by dt। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੁਸੀਂ ਕਰੰਟ ਨੂੰ ਸਵਿਚ ਔਨ ਕੀਤਾ ਤੇ ਕਰੰਟ ਨੂੰ ਸਵਿਚ ਔਨ ਕਰਨ ਦੇ ਨਾਲ ਕੀ ਹੋਇਆ, ਕੁਆਇਲ 'ਚ ਕਰੰਟ ਗਰੋ ਕਰਨਾ ਸ਼ੁਰੂ ਹੋਇਆ। ਉਹ ਕਹਿੰਦਾ ਕਰੰਟ ਇਨਸਟੈਂਟਲੀ ਇਸ ਕੁਆਇਲ 'ਚ 0 ਤੋਂ ਮੈਕਸਿਮਮ ਨਹੀਂ ਹੁੰਦਾ। current always takes some finite amount of time to increase from 0 to maximum। ਅਸੀਂ ਇਹ ਕਹਿੰਦੇ ਕਿ ਇਸ ਵੇਲੇ ਜੇ ਮੰਨ ਲਓ ਇਸ ਡਾਇਰੈਕਸ਼ਨ ਦੇ ਅੰਦਰ ਮੇਰਾ ਅਪਲਾਈਡ ਕਰੰਟ ਗਰੋ ਕਰਦਾ ਪਿਆ, ਯਾਨੀ ਇਹ ਕਰੰਟ ਦੀ ਇਨਕਰੀਜ਼ਿੰਗ ਡਾਇਰੈਕਸ਼ਨ ਹੋਵੇ, ਆ ਮੇਰੇ ਕੋਲ ਕਰੰਟ ਦੀ ਇਨਕਰੀਜ਼ਿੰਗ ਡਾਇਰੈਕਸ਼ਨ ਹੋਵੇ ਤੇ ਉਹ ਕਹਿੰਦਾ ਕਿ ਵੀ ਜਦੋਂ ਐਸਾ ਜਿਸ ਕੁਆਇਲ 'ਚ ਕਰੰਟ ਗਰੋ ਕਰਦਾ ਪਿਆ ਨਾ ਤੇ ਕਰੰਟ ਦੀ ਗਰੋਥ ਦੇ ਨਾਲ ਨਾਲ ਇਸ ਕੁਆਇਲ ਦੇ ਅੰਦਰ ਮੈਗਨੈਟਿਕ ਫੀਲਡ ਵੀ ਗਰੋ ਕਰਦਾ ਪਿਆ। ਤੇ ਜਦੋਂ ਕੁਆਇਲ 'ਚ ਮੈਗਨੈਟਿਕ ਫੀਲਡ ਗਰੋ ਕਰਦਾ ਪਿਆ, ਠੀਕ ਹੈ, ਕਿਉਂਕਿ ਕਰੰਟ ਅਪਲਾਈਡ ਆ, ਅਪਲਾਈਡ ਕਰੰਟ ਦੀ ਸਟਰੈਂਥ ਵਧੂਗੀ, ਉਹਨੇ ਕੁਆਇਲ ਦੇ ਅੰਦਰ ਮੈਗਨੈਟਿਕ ਫੀਲਡ ਵਧਾਣਾ ਵਾ। ਇਹਦਾ ਮਤਲਬ ਕੁਆਇਲ ਤੁਹਾਡੀ ਮੈਗਨੇਟਾਈਜ਼ ਹੁੰਦੀ ਜਾ ਰਹੀ ਹੈ, ਪਰ ਉਹ ਮੈਗਨੇਟਾਈਜੇਸ਼ਨ ਦੇ ਅੰਦਰ ਇਹ ਹੋ ਰਿਹਾ ਕਿ ਕੰਟੀਨਿਊਸਲੀ ਮੈਗਨੈਟਿਕ ਫੀਲਡ ਦੀ ਸਟਰੈਂਥ ਇਨਕਰੀਜ਼ ਹੋ ਰਹੀ।
ਤੇ ਜਿੱਥੇ ਮੈਗਨੈਟਿਕ ਫੀਲਡ ਦੀ ਸਟਰੈਂਥ ਇਨਕਰੀਜ਼ ਜਾਂ ਡਿਕਰੀਜ਼ ਦੋਨਾਂ ਚੋਂ ਕੋਈ ਵਰਡ ਆ ਜੇ ਉੱਥੇ ਹਮੇਸ਼ਾ ਫੈਰਾਡੇ ਦਾ ਫਰਸਟ ਲਾਅ ਲੱਗ ਜਾਂਦਾ। ਇਹਦਾ ਮਤਲਬ ਹੋ ਗਿਆ ਜਦੋਂ ਕੋਇਲ ਦੇ ਕ੍ਰਾਸ ਮੈਗਨੈਟਿਕ ਫੀਲਡ ਚੇਂਜ ਹੁੰਦਾ, ਫੈਰਾਡੇ ਦਾ ਫਰਸਟ ਲਾਅ ਕਹਿੰਦਾ ਸੀ whenever there is a change in magnetic flux link with the coil always the EMF start inducing in the coil। ਤੇ ਅਸੀਂ ਉਸੇ ਲਾਈਨ ਨੂੰ ਬੋਲਦੇ ਪਏ ਕਿ ਕਰੰਟ ਜਿੱਦਾਂ ਜਿੱਦਾਂ ਗਰੋ ਕਰੇਗਾ ਤੇ ਕਰੰਟ ਦੇ ਨਾਲ ਨਾਲ ਮੈਗਨੈਟਿਕ ਫੀਲਡ ਗਰੋ ਕਰੇਗਾ, ਯਾਨੀ ਮੈਗਨੈਟਿਕ ਫੀਲਡ ਚੇਂਜ ਹੋਏਗਾ। ਤੇ ਜੇ ਮੈਗਨੈਟਿਕ ਫੀਲਡ ਮੇਰਾ ਇਸ ਫਾਰਮੂਲੇ ਦੇ ਅਕੋਰਡਿੰਗਲੀ ਚੇਂਜ ਹੋਏਗਾ ਤੇ ਅਸੀਂ ਕਹਿੰਦੇ ਫਲਕਸ ਚੇਂਜ ਹੋਊ। ਤੇ ਜੇ ਫਲਕਸ ਚੇਂਜ ਹੋ ਗਈ ਤੇ ਫੈਰਾਡੇ ਦਾ ਫਰਸਟ ਲਾਅ ਕਹਿੰਦਾ ਫਲਕਸ ਦੀ ਚੇਂਜ ਕਰਕੇ ਕੋਇਲ ਦੇ ਅੰਦਰ EMF ਇੰਡਿਊਸ ਹੋ ਜਾਊ। Yes, sir. Yes. ਤੇ ਇਹਦਾ ਮਤਲਬ ਹੋ ਗਿਆ ਇਸ ਕੋਇਲ 'ਚ ਇੱਕ EMF ਤੁਸੀਂ ਅਪਲਾਈ ਕੀਤੀ ਆ ਜਿਹੜੀ ਕਰੰਟ ਦੀ ਗਰੋਥ ਨੂੰ ਮੇਨਟੇਨ ਕਰਦੀ ਪਈ ਹੈ, ਪਰ ਇਹਦੇ ਆਪੋਜ਼ਿਟ ਇਸ ਕੋਇਲ ਦੇ ਅੰਦਰ ਇੱਕ EMF ਇੰਡਿਊਸ ਹੋਈ ਆ, ਔਰ ਜਿਹੜੀ EMF ਇੰਡਿਊਸ ਹੋਈ ਆ ਇਹਨੇ ਤੁਹਾਡੀ ਐਸ ਸੱਚ ਇਨਕਰੀਜ਼ ਇਨ ਫਲਕਸ ਨੂੰ ਅਪੋਜ਼ ਕਰਨਾ। ਇਸ ਇੰਡਿਊਸਡ EMF ਨੇ ਤੁਹਾਡੇ ਐਸ ਸੱਚ ਸਰਕਟ ਦੇ ਅੰਦਰ ਫਲਕਸ ਦੇ ਇਨਕਰੀਜ਼ ਨੂੰ ਅਪੋਜ਼ ਕਰਨਾ, ਤੇ ਫਲਕਸ ਦੇ ਇਨਕਰੀਜ਼ ਨੂੰ ਅਪੋਜ਼ ਕਰਨ ਲਈ ਉਹ ਇਹਦੇ ਅਕ੍ਰੋਸ ਇਸ ਕੋਇਲ ਦੇ ਅਕ੍ਰੋਸ ਐਡੀ ਕਰੰਟ ਯਾਨੀ ਇੰਡਿਊਸ ਕਰੰਟ ਫਲੋ ਕਰਾਏਗਾ, ਔਰ ਉਸ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਜਿਹੜੀ ਆ ਉਹ ਤੁਹਾਡੇ ਇਨਕਰੀਜ਼ਿੰਗ ਕਰੰਟ ਤੋਂ ਆਪੋਜ਼ਿਟ ਹੋਏਗੀ। क्या आ गल समझ लगी? Yes, sir. ਯੈਸ ਸਰ। खुद ਸੈਲਫ ਦੇ ਵਿੱਚ ਬੋਲਾਂ ਜਾਂ ਮਿਊਚੁਅਲ ਦੇ ਵਿੱਚ, ਮੈਂ ਦੁਬਾਰਾ ਬੋਲ ਰਿਹਾ ਸਮੀਖਿਆ, ਦੁਬਾਰਾ ਸਮਝ ਲਓ ਬੇਟਾ। ਆਪਾਂ ਬੱਚੇ ਇਹ ਕਿਹਾ ਵਾ ਕਿ ਜਦੋਂ ਤੁਸੀਂ ਸਰਕਟ ਦੇ ਅੰਦਰ ਕਰੰਟ ਸਵਿਚ ਆਨ ਕੀਤਾ ਨਾ, ਤੁਹਾਡਾ ਅਪਲਾਈਡ ਕਰੰਟ ਜਿਹੜਾ ਇਸ ਬੈਟਰੀ ਤੋਂ ਆ ਰਿਹਾ ਉਹਦੀ ਕਰੰਟ ਦੀ ਗਰੋਥ ਹੁੰਦੀ ਪਈ ਹੈ, ਤੇ ਜਦੋਂ ਇਸ ਕੋਇਲ 'ਚ ਕਰੰਟ ਗਰੋ ਕਰਦਾ ਪਿਆ ਤੇ ਕਰੰਟ ਦੀ ਗਰੋਥ ਦੇ ਨਾਲ ਨਾਲ ਇਸ ਕੋਇਲ ਦੇ ਅੰਦਰ ਮੈਗਨੈਟਿਕ ਫੀਲਡ ਵੀ ਗਰੋ ਕਰਦਾ। ਉਹ ਕਹਿੰਦਾ ਜਦੋਂ ਮੈਗਨੈਟਿਕ ਫੀਲਡ ਗਰੋ ਕਰਦਾ ਤੇ ਅਸੀਂ ਕਹਿੰਦੇ ਮੈਗਨੈਟਿਕ ਫਲਕਸ ਚੇਂਜ ਹੁੰਦੀ ਪਈ ਆ, ਯਾਨੀ ਮੈਗਨੈਟਿਕ ਫਲਕਸ ਇਨਕਰੀਜ਼ ਹੋ ਰਹੀ ਆ। ਤੇ ਜਦੋਂ ਇਸ ਕੋਇਲ 'ਚ ਮੈਗਨੈਟਿਕ ਫਲਕਸ ਇਨਕਰੀਜ਼ ਹੋਏਗੀ ਇਸ ਕੋਇਲ ਦੇ ਅੰਦਰ ਅਸੀਂ ਕਹਿੰਦੇ EMF ਇੰਡਿਊਸ ਵੀ ਹੋਏਗੀ। ਇੱਕ ਅਪਲਾਈਡ EMF ਆ, ਇੱਕ ਇਸ ਕੋਇਲ ਦੇ ਅਕ੍ਰੋਸ ਇੰਡਿਊਸਡ EMF ਆ ਗਈ, ਔਰ ਉਹਦੇ ਲਈ ਅਸੀਂ ਕਿਹਾ ਸੀ ਇੰਡਿਊਸਡ EMF ਦੇ ਫਲੋ ਕਰਨ ਦੀ ਡਾਇਰੈਕਸ਼ਨ ਜਾਂ ਇੰਡਿਊਸਡ EMF ਦੇ ਡਿਵੈਲਪ ਹੋਣ ਦੀ ਡਾਇਰੈਕਸ਼ਨ ਜਿਹੜੀ ਆ ਉਹ ਹਮੇਸ਼ਾ ਫਲਕਸ ਦੇ ਇਨਕਰੀਜ਼ ਨੂੰ ਅਪੋਜ਼ ਕਰੇਗੀ। ਇਸ ਵੇਲੇ ਫਲਕਸ ਦਾ ਇਨਕਰੀਜ਼ ਆ, ਇਸ ਲਈ ਇਨਕਰੀਜ਼ ਬੋਲਿਆ, ਇਹਨਾਂ ਫਲਕਸ ਦੇ ਇਨਕਰੀਜ਼ ਨੂੰ ਰੋਕਣਾ। ਇਹਦਾ ਮਤਲਬ ਜੇ ਇਹਦੇ ਵਿੱਚ ਆ ਅਪਲਾਈਡ ਕਰੰਟ ਜਿਹੜਾ ਵਾ ਉਹ ਲੈਫਟ ਟੂ ਰਾਈਟ ਇਨਕਰੀਜ਼ ਕਰਦਾ ਪਿਆ ਸੀ ਤੇ ਇਹਦੇ ਅੰਦਰ EMF ਇੰਡਿਊਸ ਹੋਣ ਕਰਕੇ ਜਿਹੜਾ ਇਹ 'ਚ ਇੰਡਿਊਸ ਕਰੰਟ ਆਏਗਾ ਹਨਾ ਉਹਦੀ ਡਾਇਰੈਕਸ਼ਨ ਇਨਕਰੀਜ਼ਿੰਗ ਕਰੰਟ ਦੀ ਡਾਇਰੈਕਸ਼ਨ ਤੋਂ ਉਲਟ ਹੋ ਜਾਊ। Yes, sir. ਯੈਸ Yes, ਸਰ। Sir. ਸਮੀਖਿਆ ਜੀ ਕਲੀਅਰ ਆ? ਚਲੋ, ਸੋ ਇਸ ਮੂਮੈਂਟ ਤੇ ਫਿਰ ਅਸੀਂ ਇਹ ਕਹਿੰਦੇ ਪਏ ਕਿ ਜਦੋਂ ਮੇਰੇ ਕੋਲ ਸਰਕਟ 'ਚ ਕਰੰਟ ਇਨਕਰੀਜ਼ ਕਰ ਰਿਹਾ ਬੇਟਾ ਉਦੋਂ ਇਹਦੇ ਅੰਦਰ ਇੱਕ EMF ਇੰਡਿਊਸ ਹੋ ਗਈ, ਉਸੇ ਕੋਇਲ 'ਚ EMF ਅਪਲਾਈ ਕੀਤੀ, ਉਸੇ ਕੋਇਲ ਦੇ ਵਿੱਚ EMF ਇੰਡਿਊਸ ਵੀ ਹੋਈ, ਯਾਨੀ ਕੋਇਲ ਆਪਣੇ ਆਪ ਦੇ ਅੰਦਰ ਹੀ EMF ਇੰਡਿਊਸ ਕਰਦੀ ਆ। ਤੇ ਜਦੋਂ ਕੋਇਲ ਆਪਣੇ ਆਪ 'ਚ EMF ਇੰਡਿਊਸ ਕਰਦੀ ਆ ਆਪਣੀ ਮੈਗਨੈਟਿਕ ਫਲਕਸ ਦੀ ਚੇਂਜ ਕਰਕੇ ਉਸ ਇੰਡਿਊਸਡ EMF ਦੇ ਫਿਨੋਮੀਨਾ ਨੂੰ ਅਸੀਂ ਨਾਮ ਦਿੰਨੇ ਸੈਲਫ ਇੰਡਕਸ਼ਨ। ਇਹਨੀ ਗੱਲ ਕਲੀਅਰ? Yes, Yes, sir. sir. Yes, sir. Yes, sir. ਅਗਲਾ ਹਾਫ ਇਹਦਾ ਪੁੱਠਾ ਕਰ ਦਾਂਗੇ ਕਿ ਜਦੋਂ ਤੁਸੀਂ ਇਹ ਤੋਂ ਕੀ ਰਿਮੂਵ ਕੀਤੀ what happened? ਕਹਿੰਦਾ ਜੀ ਜਦੋਂ ਮੈਂ ਕੀ ਰਿਮੂਵ ਕੀਤੀ ਤੇ ਮੈਂ ਨੋਟਿਸ ਕੀਤਾ ਕਰੰਟ ਇੱਕਦਮ ਜ਼ੀਰੋ ਵੀ ਨਹੀਂ ਹੋਇਆ। ਕਰੰਟ ਟੇਕ ਸਮ ਟਾਈਮ ਟੂ ਡਿਕਰੀਜ਼ ਫਰਮ 5 to 0। ਮਤਲਬ ਜਦੋਂ ਕਰੰਟ ਮੇਰੇ ਕੋਲ 0 ਤੋਂ ਮੈਕਸਿਮਮ ਪਹੁੰਚ ਚੁੱਕਾ, ਮੰਨ ਲਓ ਮੈਂ ਕੀ ਸਵਿਚ ਆਫ ਕਰਤੀ, ਜਦੋਂ ਤੁਸੀਂ ਕੀ ਸਵਿਚ ਆਫ ਕੀਤੀ ਤੇ ਇਹ 'ਚ ਕਰੰਟ ਡਿਕਰੀਜ਼ ਹੋਣਾ ਸ਼ੁਰੂ ਹੋਇਆ, ਤੇ ਜੇ ਪੁੱਤ ਲੈਫਟ ਟੂ ਰਾਈਟ ਇਨਕਰੀਜ਼ਿੰਗ ਕਰੰਟ ਦੀ ਡਾਇਰੈਕਸ਼ਨ ਸੀਗੀ ਤੇ ਜਿਹੜਾ ਡਿਕਰੀਜ਼ਿੰਗ ਕਰੰਟ ਹੋਏਗਾ ਉਹਦੀ ਡਾਇਰੈਕਸ਼ਨ ਰਾਈਟ ਟੂ ਲੈਫਟ ਆ ਜਾਓ। ਯੈਸ ਸਰ। ਤੇ ਜੇ ਡਿਕਰੀਜ਼ਿੰਗ ਕਰੰਟ ਮੇਰਾ ਰਾਈਟ ਟੂ ਲੈਫਟ ਆਇਆ, ਹੁਣ ਐਸ ਸੱਚ ਫੇਰ ਦੁਬਾਰਾ ਕੀ ਹੋਇਆ, I ਦੀ ਸਟਰੈਂਥ 5 ਤੋਂ 4.5 ਰਹਿ ਗਈ, 4.2 ਰਹਿ ਗਈ, 4.1 ਰਹਿ ਗਈ, I ਘਟਦਾ ਪਿਆ। ਤੇ ਜੇ I ਘਟਦਾ ਪਿਆ ਤੇ ਉਹਦੇ ਨਾਲੋਂ ਨਾਲ ਮੇਰੇ ਕੋਲ ਮੈਗਨੈਟਿਕ ਫੀਲਡ ਵੀ ਘਟੂਗਾ। Yes, sir. Yes, sir. sir. ਤੇ ਜੇ Yes, ਕੋਇਲ 'ਚ sir. ਮੈਗਨੈਟਿਕ ਫੀਲਡ ਘਟੇਗਾ ਹਨਾ ਤੇ ਇਹਦਾ ਮਤਲਬ ਹੈ ਮੈਗਨੈਟਿਕ ਫਲਕਸ ਵੀ ਡਿਕਰੀਜ਼ ਹੋਏਗੀ, ਤੇ ਜੇ ਮੈਗਨੈਟਿਕ ਫਲਕਸ ਡਿਕਰੀਜ਼ ਹੋਏਗੀ ਫਿਰ EMF ਇੰਡਿਊਸ ਹੋਏਗੀ।
ਹੁਣ ਜਿਹੜੀ EMF ਇੰਡਿਊਸ ਹੋਏਗੀ ਉਹਦੀ ਪੋਲੈਰਿਟੀ ਉਹਦੀ ਡਾਇਰੈਕਸ਼ਨ ਕਿਸ ਵੇ ਨਾਲ ਆਏਗੀ ਕਿ ਉਹ ਡਿਕਰੀਜ਼ਿੰਗ ਫਲਕਸ ਨੂੰ ਰੋਕੇਗੀ ਤੇ ਡਿਕਰੀਜ਼ਿੰਗ ਫਲਕਸ ਨੂੰ ਯਾਨੀ ਡਿਕਰੀਜ਼ਿੰਗ ਕਰੰਟ ਨੂੰ ਰੋਕਣ ਵਾਸਤੇ ਇੰਡਿਊਸ ਕਰਨ ਦੀ ਡਾਇਰੈਕਸ਼ਨ ਜਿਹੜੀ ਆ ਉਹ ਮੇਰੇ ਕੋਲ ਲੈਫਟ ਟੂ ਰਾਈਟ ਆਜੂ ਆ ਗੱਲ ਸਮਝ ਲੱਗੀ ਯੈਸ ਸਰ Yes, sir. या सो पहलों ਜਦੋਂ ਇਨਕਰੀਜ਼ਿੰਗ ਕਰੰਟ ਸੀਗਾ ਉਦੋਂ ਇੰਡਿਊਸ ਕਰੰਟ ਇਨਕਰੀਜ਼ ਨੂੰ ਅਪੋਜ਼ ਕਰ ਰਿਹਾ ਸੀ ਜਦੋਂ ਡਿਕਰੀਜ਼ਿੰਗ ਕਰੰਟ ਹੋਇਆ ਸਵਿਚ ਆਫ ਕਰਨ ਤੇ ਇਹ ਇੰਡਿਊਸ ਕਰੰਟ ਜਿਹੜਾ ਡਿਕਰੀਜ਼ਿੰਗ ਕਰੰਟ ਨੂੰ ਅਪੋਜ਼ ਕਰ ਰਿਹਾ ਯਾਨੀ ਹਰ ਵੇਲੇ ਇਸ ਕੁਆਇਲ ਦੇ ਅੰਦਰ ਹਨਾ EMF ਇੰਡਿਊਸ ਹੁੰਦੀ ਰਹਿੰਦੀ ਨਾਲੋਂ ਨਾਲ ਹੀ ਅਪਲਾਈਡ EMF ਦੇ ਠੀਕ ਹੈ ਜਿਹਦੇ ਕਰਕੇ ਹਮੇਸ਼ਾ ਕਰੰਟ ਜਿਹੜਾ ਹੋਏਗਾ that takes some time to increase from 0 to maximum and maximum to 0 ठीक है this phenomena of inducing EMF in itself ठीक है जी that phenomena is called as a self induction ਤੇ ਬੱਚੇ ਮੈਂ ਇਹਦੀ ਇੱਕ ਐਗਜ਼ਾਮਪਲ ਅੱਗੇ ਵੀ ਦੱਸੀ ਸੀ ਇੱਕ ਵਾਰੀ ਦੁਬਾਰਾ ਰਿਕਾਲ ਕਰਾ ਰਿਹਾ ਕਿ ਜੇ ਮੰਨ ਲਓ ਮੇਰੇ ਕੋਲ ਇੱਕ ਕੁਆਇਲ ਤੇ ਇੱਕ ਬਲਬ ਹੋਵੇ ਤੇ ਨਾਲ ਹੀ ਇੱਕ ਮੇਰੇ ਕੋਲ ਆਰਡੀਨਰੀ ਰੈਜ਼ਿਸਟਰ ਹੋਵੇ ਤੇ ਇਹਦੇ ਨਾਲ ਵੀ ਇੱਕ ਬਲਬ ਹੋਵੇ ਤੇ ਜੇ ਮੈਂ ਦੋਨਾਂ ਦੇ ਸਰਕਟ ਨੂੰ ਇੱਕ ਬੈਟਰੀ ਦੇ ਨਾਲ ਅਟੈਚ ਕਰਦਾ ਵਿਦ ਵਨ ਟੈਪਿੰਗ ਕੀ ਠੀਕ ਹੈ ਤੇ ਜਦੋਂ ਮੈਂ ਟੈਪਿੰਗ ਕੀ ਪ੍ਰੈਸ ਕਰਾਂਗਾ ਤੇ ਕਹਿੰਦਾ ਜੀ ਕਿਆ ਦੋਨੋਂ ਦੇ ਦੋਨੋਂ ਬਲਬ ਇਨਸਟੈਂਟਲੀ ਗਰੋ ਕਰੋਗੇ ਤੇ ਅਸੀਂ ਉਦੋਂ ਇਹ ਕਿਹਾ ਸੀਗਾ ਕਿ ਵੀ ਜਿਹੜਾ ਬਲਬ ਰੈਜ਼ਿਸਟਰ ਦੇ ਥਰੂ ਅਟੈਚ ਆ ਹਨਾ ਜਿੱਦਾਂ ਹੀ ਇਧਰੋਂ ਕੀ ਪ੍ਰੈਸ ਕੀਤੀ ਜਿੱਦਾਂ ਟੈਪਿੰਗ ਕੀ ਪ੍ਰੈਸ ਕਰਾਂਗਾ ਤੇ ਜਿਹੜਾ ਬਲਬ ਰੈਜ਼ਿਸਟਰ ਦੇ ਥਰੂ ਅਟੈਚ ਆ ਇਹ ਇਨਸਟੈਂਟਲੀ ਗਲੋ ਕਰੇਗਾ ਪਰ ਜਿਹੜਾ ਬਲਬ ਮੇਰਾ ਐਸਐਚ ਕੁਆਇਲ ਦੇ ਥਰੂ ਅਟੈਚ ਆ ਉਹ ਅਸੀਂ ਨੋਟਿਸ ਕਰਾਂਗੇ that take some time to glow to full brightness ਇਹ ਆਪਣੀ ਬ੍ਰਾਈਟਨੈਸ ਤੱਕ ਆਂਦੇ ਆਂਦੇ ਕੁਝ ਟਾਈਮ ਲੈ ਗਿਆ ਕਹਿੰਦਾ ਵੀ ਕਿਉਂ ਲੈ ਗਿਆ ਤੇ ਉਹਦਾ ਰੀਜ਼ਨ ਆ ਸਾਰੀ ਚੀਜ਼ਾਂ ਕਿ ਜਦੋਂ ਇਸ ਕੁਆਇਲ ਚੋਂ ਕਰੰਟ ਪਾਸ ਹੋਣਾ ਸ਼ੁਰੂ ਹੋਇਆ ਤੇ ਕਰੰਟ ਇਨਕਰੀਜ਼ ਹੋਣਾ ਸ਼ੁਰੂ ਹੋਇਆ ਤੇ ਇਹਦੇ ਅੰਦਰ ਐਸਐਚ ਐਡੀ ਕਰੰਟ ਯਾਨੀ ਇੰਡਿਊਸ ਕਰੰਟ ਬਣ ਗਿਆ ਜਿਹੜਾ ਤੁਹਾਡੇ ਇਨਕਰੀਜ਼ਿੰਗ ਕਰੰਟ ਨੂੰ ਅਪੋਜ਼ ਕਰਦਾ ਹਨਾ ਔਰ ਜਦੋਂ ਇਹਨੇ ਅਪੋਜ਼ ਕੀਤਾ ਤੇ ਕਰੰਟ ਨੂੰ 0 ਤੋਂ ਮੈਕਸਿਮਮ ਹੁੰਦੇ ਹੁੰਦੇ ਠੀਕ ਹੈ ਜੀ ਕੁਝ ਟਾਈਮ ਲੱਗ ਗਿਆ ਜਿਹਦੇ ਕਰਕੇ ਬਲਬ ਦੀ ਬ੍ਰਾਈਟਨੈਸ ਜਿਹੜੀ ਉਹ ਹੌਲੀ ਹੌਲੀ ਵੱਧ ਕੇ ਫੁੱਲ ਬ੍ਰਾਈਟ ਦੇ ਉੱਤੇ ਆਏ ਕਲੀਅਰ ਇਨੀ ਗੱਲ ਯੈਸ ਸਰ ਤੇ ਸੈਕਿੰਡ ਆਪਾਂ ਇਹਦਾ ਰਿਵਰਸ ਬੋਲਿਆ ਸੀ ਕਿ ਜਦੋਂ ਹੀ ਮੈਂ ਕੀ ਨੂੰ ਸਵਿਚ ਆਫ ਕਰਾਂ ਉਦੋਂ ਕੀ ਹੋਏਗਾ ਜਿਹੜਾ ਬਲਬ ਮੇਰੇ ਕੋਲ ਰੈਜ਼ਿਸਟਰ ਦੇ ਥਰੂ ਲੱਗਿਆ ਇਮੀਡੀਏਟਲੀ ਇਟ ਕਮ ਟੂ ਰੈਸਟ ਯਾਨੀ ਇਹਦੀ ਬ੍ਰਾਈਟਨੈਸ ਇਮੀਡੀਏਟਲੀ ਖਤਮ ਹੋ ਜਾਣੀ ਸਿਰਫ 1 ਮਿੰਟ ਬੇਟਾ ਬੰਦ ਕरें केवल ਇਹਦੀ ਬ੍ਰਾਈਟਨੈਸ ਇਮੀਡੀਏਟਲੀ ਖਤਮ ਪਰ ਇਸ ਬਲਬ ਨੇ ਫਿਰ ਐਸਐਚ ਡਿਮ ਹੁੰਦੇ ਹੁੰਦੇ ਕਹਿੰਦਾ ਜੀ ਕੁਝ ਟਾਈਮ ਲੈ ਜਾਣਾ ਉਹਦਾ ਕਾਜ਼ ਸੇਮ ਉਹੀ ਚੀਜ਼ ਆ ਕਿ ਜਦੋਂ ਇਹਦੇ ਅਕ੍ਰੋਸ ਕਰੰਟ ਡਿਕਰੀਜ਼ ਕਰਨ ਲੱਗਿਆ ਤੇ ਇਸ ਕੁਆਇਲ ਨੇ ਡਿਕਰੀਜ਼ਿੰਗ ਕਰੰਟ ਨੂੰ ਵੀ ਅਪੋਜ਼ ਕੀਤਾ ਇਸ ਲਈ ਅਗੇਨ ਕਰੰਟ ਟੇਕ ਸਮ ਟਾਈਮ ਟੂ ਡਿਕਰੀਜ਼ ਫਰਮ ਮੈਕਸਿਮਮ ਟੂ 0 ਇਹਨੀ ਗੱਲ ਸਮਝ ਲੱਗਦੀ ਪਈ Yes, sir. ਯੈਸ ਸਰ ਚਲੋ ਇੱਥੇ ਰੋਕਾਂਗਾ ਜੀ ਇਹ ਆਪਣੇ ਕੋਲ ਸੈਲਫ ਇੰਡਕਸ਼ਨ ਦਾ ਟੌਪਿਕ ਆਪਾਂ ਸ਼ੁਰੂ ਕੀਤਾ ਹੋਇਆ ਕੱਲ ਇਹਦੇ ਨਾਲ ਹੀ ਮਿਊਚੁਅਲ ਇੰਡਕਸ਼ਨ ਤੇ ਇਹਦਾ ਮੈਥਮੈਟੀਕਲ ਪਾਰਟ ਕਰਾਂਗੇ ਓਕੇ ਬੱਚੇ ਥੈਂਕ ਯੂ ਸਰ